जैसा सतगुर सुनीदा तैसो ही मैं डीठ। बिछड़िया मेले प्रभु हर दरगह का वसीठ। हर नामो मंत्र दृढ़ाएदा कट्टे हों मैं रोग। नानक सतगुर तिना मिलाया जिन धुरे पया संजोग। पूरा प्रभ आराध्या पूरा जाका नाओ। नानक पूरा पाया पूरे के गुण गाओ। सतनाम वाहिगुरु साहिब जी। गौड़ी ग्वारेरी महला पंजवा। आनक जतन नहीं होत छुटकारा बहुत सियानप आगल भारा। आनक जातन नहीं होत छुटकारा बहुत सियाणप आगल भारा। हर की सेवा निर्मल हेत प्रभ की दरगह शोभा सेत। मन मेरे गहो हर नाम का ओला तुझै न लागै ताता झोला। रहाओ ज्यों बोहित भै सागर माहे अंधकार दीपक दीपाहे। आगन सीत का लाहस दुख नाम जपत मन होवत सुख। उतर जाए तेरे मन की प्यास पूर्ण होवै सगली आस। डोलै नाही तुमरा चीत अमृत नाम जप गुरमुख मीत। नाम औखद सोई जन पावै कर कृपा जिस आप दिवावै। हर हर नाम जाकै हृदय बसै दुख दर्द तिह नानक नसै। हर हर नाम जाकै हृदय बसै दुख दर्द तिह नानक नसै। वाहिगुरु जी का खालसा वाहिगुरु जी की फतेह। जुगो जुग अटल चवर तख्त दे मालक दो जहान दे वाली लोक परलोक दे राखे। जाहरा जहूर हाजरा हजूर सर्ब कला भरपूर। जागदी जोत धन धन साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही किरपा की है संगतां नूं अमृत वेले दे खुले दर्शन दीदारे बख्शे हन। आओ अमृत वेले दी संभाल करते हुए धन धन साहिब श्री गुरु ग्रंथ साहिब महाराज जी के दर्शन दीदारे करते हुए गुरु दरबार के अंदर हाजरियां भरते हुए मन बिरतियां नूं एकागर करते हुए गुरु की बाणी बाणी की विचार श्रवण करते हुए साहिब श्री गुरु ग्रंथ साहिब महाराज जी नूं शीश झुकाउंदे हुए सारी संगत गज के फतेह बुलाउणा करिए जी। वाहिगुरु जी का खालसा वाहिगुरु जी की फतेह।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਸਦਕਾ ਕਾਫੀ ਸਮੇਂ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਹੋ ਰਹੀ ਹੈ। ਅੱਜ 178 ਅੰਗ ਤੇ ਗੌੜੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਬੜੇ ਹੀ ਪਿਆਰ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਬਾਣੀ ਉਚਾਰਨ ਕਰਕੇ ਸਮਝਾ ਰਹੇ ਹਨ। ਮਹਾਰਾਜ ਜੀ ਕਥਨ ਕਰਦੇ ਹਨ, ਅਨਕ ਜਾਤਨ ਨਹੀਂ ਹੋਤ ਛੁਟਕਾਰਾ। ਮਹਾਰਾਜ ਜੀ ਕਥਨ ਕਰਦੇ ਹਨ ਕਿ ਨਾਮ ਤੋਂ ਬਿਨਾਂ ਅਨਕ ਅਨੇਕਾਂ ਯਤਨ ਕਰਨ ਨਾਲ, ਉਪਾਅ ਕਰਨ ਨਾਲ ਨਹੀਂ ਹੋਤ ਛੁਟਕਾਰਾ, ਕਿ ਜੋ ਸੰਸਾਰ ਦੇ ਬੰਧਨ ਹਨ ਉਹਨਾਂ ਬੰਧਨਾਂ ਤੋਂ ਛੁਟਕਾਰਾ ਨਹੀਂ ਹੁੰਦਾ। ਅਨਕ ਜਾਤਨ ਨਹੀਂ ਹੋਤ ਛੁਟਕਾਰਾ, ਕਿ ਨਾਮ ਤੋਂ ਬਿਨਾਂ ਅਨਕ ਅਨੇਕਾਂ ਯਤਨ ਉਪਾਅ ਕਰਨ ਨਾਲ ਸੰਸਾਰਕ ਬੰਧਨਾਂ ਤੋਂ ਛੁਟਕਾਰਾ ਨਹੀਂ ਹੁੰਦਾ। ਬਹੁਤ ਸਿਆਣਪ ਆਗਲ ਭਾਰਾ, ਕਿ ਬਹੁਤ ਜ਼ਿਆਦਾ ਬੁੱਧੀ ਦੀਆਂ ਸਿਆਣਪਾਂ, ਬੁੱਧੀ ਦੀਆਂ ਚਤਰਾਈਆਂ ਨਾਲ ਆਗਲ ਹੁੰਦਾ ਅੱਗੇ ਪਰਲੋਕ ਵਿੱਚ ਬਹੁਤ ਸਾਰਾ ਪਾਪਾਂ ਦਾ ਭਾਰ ਪੈ ਜਾਂਦਾ ਹੈ। ਪਾਪਾਂ ਦਾ ਭਾਰ ਆ ਕੇ ਗਲ ਵਿੱਚ ਪੈ ਜਾਂਦਾ ਹੈ। ਜੈਸਾ ਕਿ ਬਹੁਤ ਸਿਆਣਪ ਜਮ ਕਾ ਭਉ ਵਿਆਪੈ। ਜਿਹੜਾ ਬਹੁਤੀਆਂ ਸਿਆਣਪਾਂ ਕਰਦਾ ਹੈ, ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਜਮ ਕਾ ਭਉ ਵਿਆਪੈ, ਫਿਰ ਜਮ ਦਾ ਡਰ ਰਹਿੰਦਾ ਹੈ ਉਸ ਨੂੰ। ਮਹਾਰਾਜ ਜੀ ਪਹਿਲੀਆਂ ਪੰਕਤੀਆਂ ਦੇ ਵਿੱਚ ਸਮਝਾ ਰਹੇ ਹਨ, ਅਨਕ ਯਤਨ ਨਹੀਂ ਹੋਤ ਛੁਟਕਾਰਾ, ਕਿ ਨਾਮ ਤੋਂ ਬਿਨਾਂ ਅਨੇਕਾਂ ਯਤਨ ਕਰਨ ਨਾਲ ਸੰਸਾਰ ਦੇ ਬੰਧਨਾਂ ਤੋਂ ਛੁਟਕਾਰਾ ਨਹੀਂ ਹੁੰਦਾ। ਬਹੁਤ ਸਿਆਣਪ ਆਗਲ ਭਾਰਾ, ਬਹੁਤ ਜ਼ਿਆਦਾ ਬੁੱਧੀ ਦੀਆਂ ਸਿਆਣਪਾਂ ਚਤਰਾਈਆਂ ਨਾਲ ਆਗਲ ਹੁੰਦਾ ਅੱਗੇ ਪਰਲੋਕ ਵਿੱਚ ਬਹੁਤ ਸਾਰਾ ਪਾਪਾਂ ਦਾ ਭਾਰ ਪੈ ਜਾਂਦਾ ਹੈ। ਪਾਪਾਂ ਦਾ ਭਾਰ ਆ ਕੇ ਗਲ ਵਿੱਚ ਪੈ ਜਾਂਦਾ ਹੈ। ਹਰ ਕੀ ਸੇਵਾ ਨਿਰਮਲ ਹੇਤ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਹਰ ਹਰੀ ਪਰਮੇਸ਼ਰ ਦੀ ਭਗਤੀ ਰੂਪੀ ਸੇਵਾ, ਭਗਤੀ ਰੂਪੀ ਟਹਿਲ ਨਿਰਮਲ ਅਤੇ ਸਾਰਿਆਂ ਨਾਲ ਹੇਤ ਪਿਆਰ ਕਰਨ ਵਾਲੀ ਹੈ। ਹਰ ਕੀ ਸੇਵਾ ਨਿਰਮਲ ਹੇਤ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਪਰਮੇਸ਼ਰ ਦੀ ਭਗਤੀ ਰੂਪੀ ਟਹਿਲ ਸੇਵਾ ਨਿਰਮਲ, ਉਜਲ ਅਤੇ ਸਾਰਿਆਂ ਨਾਲ ਪਿਆਰ ਕਰਨ ਵਾਲੀ ਹੈ। ਨਿਰਮਲ ਪਰਮੇਸ਼ਰ ਨਾਲ ਮਾਇਆ ਦੀ ਮੈਲ ਤੋਂ ਰਹਿਤ ਹੋ ਕੇ ਪ੍ਰੇਮ ਕਰਨਾ ਚਾਹੀਦਾ ਹੈ। ਜੋ ਪਰਮੇਸ਼ਰ ਨਿਰਮਲ ਹੈ, ਉਜਲ ਹੈ, ਉਸ ਪਰਮੇਸ਼ਰ ਦੇ ਨਾਲ ਮਾਇਆ ਦੀ ਮੈਲ ਤੋਂ ਰਹਿਤ ਹੋ ਕੇ ਪ੍ਰੇਮ ਕਰਨਾ ਚਾਹੀਦਾ ਹੈ। ਹਰੀ ਦੀ ਸੇਵਾ ਕਰਨੀ ਚਾਹੀਦੀ ਹੈ। ਪ੍ਰਭ ਕੀ ਦਰਗਹਿ ਸੋਭਾ ਸੇਤ। ਪ੍ਰਭ ਕੀ ਦਰਗਹਿ ਸੋਭਾ ਹੇਤ, ਕਿ ਪਰਮੇਸ਼ਰ ਜੋ ਮਾਇਆ ਦੀ ਮੈਲ ਤੋਂ ਰਹਿਤ ਹੈ ਉਸ ਨਾਲ ਪ੍ਰੇਮ ਕਰਨਾ ਚਾਹੀਦਾ ਹੈ, ਉਸ ਦੀ ਸੇਵਾ ਕਰਨੀ ਚਾਹੀਦੀ ਹੈ, ਉਸ ਦੀ ਭਗਤੀ ਕਰਨੀ ਚਾਹੀਦੀ ਹੈ। ਕਿ ਭਗਤੀ ਕਰਕੇ, ਪ੍ਰੇਮ ਕਰਕੇ ਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ, ਪਰਮੇਸ਼ਰ ਦੇ ਸੱਚਖੰਡ ਵਿੱਚ ਸੋਭਾ ਸੇਤ, ਸੇਤ ਉਜਲੀ ਸੋਭਾ ਜਸ ਵਡਿਆਈ ਹੁੰਦੀ ਹੈ। ਵਾਹਿਗੁਰੂ ਦੀ ਦਰਗਾਹ ਵਿੱਚ ਗੁਰਮੁਖ ਜਨ ਸੋਭਾ ਵਾਲੇ ਹੁੰਦੇ ਹਨ ਅਤੇ ਉਹਨਾਂ ਦੇ ਮੁਖ ਉਜਲੇ ਹੁੰਦੇ ਹਨ। ਜੈਸਾ ਕਿ ਐਸੀ ਸੋਭਾ ਜਨੈ ਕੀ ਜੇਵੜ ਹਰ ਪ੍ਰਤਾਪੈ, ਕਿ ਪਰਮੇਸ਼ਰ ਦੇ ਜਨੈ ਜਨ ਸੇਵਕਾਂ ਦੀ, ਭਗਤਾਂ ਦੀ ਐਸੀ ਸੋਭਾ ਹੁੰਦੀ ਹੈ। ਜੇਵੜ ਹਰ ਪ੍ਰਤਾਪੈ, ਕਿ ਜਿਵੇਂ ਪਰਮੇਸ਼ਰ ਦਾ ਪ੍ਰਤਾਪ ਹੁੰਦਾ ਹੈ,
ਐਸੇ ਤਰ੍ਹਾਂ ਐਸੀ ਸੋਭਾ ਜਨੈ ਕਿ ਜੋ ਪਰਮੇਸ਼ਰ ਦੇ ਸੇਵਕ ਜਨ ਹਨ, ਭਗਤ ਜਨ ਹਨ, ਉਹਨਾਂ ਦੀ ਫਿਰ ਪ੍ਰਤਾਪੈ ਪ੍ਰਤਾਪ ਹੁੰਦਾ ਹੈ ਜੈਸੇ ਪਰਮੇਸ਼ਰ ਦਾ ਹੁੰਦਾ ਹੈ। ਪਰਮੇਸ਼ਰ ਦਾ ਭਗਤ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ ਕਿ ਸਤ ਸੰਗਤ ਵਿੱਚ ਮਿਲਣ ਕਰਕੇ ਪਰਮੇਸ਼ਰ ਦੀ ਸੋਭਾ, ਪਰਮੇਸ਼ਰ ਦੀ ਕੀਰਤੀ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਸੇਤ ਪੁਲ ਦੀ ਲਿਆਈ ਹੈ। ਗੁਰਮੁਖਾਂ ਦੀ ਜੀਵਨ ਸੇਤ ਜੀਵਨ ਪੁਲ ਦੀ ਨਿਆਈ ਹੁੰਦਾ ਹੈ, ਜਿਨ੍ਹਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਸੱਚਖੰਡ ਦਰਬਾਰ ਵਿੱਚ ਸੋਭਾ ਦੇ ਸਹਿਤ ਹੋਈਦਾ ਹੈ। ਮਨ ਮੇਰੇ ਗੌਹਰ ਕਾ, ਮਨ ਮੇਰੇ ਗੌਹਰ ਨਾਮ ਕਾ ਓਲਾ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਹੇ ਪਿਆਰੇ ਜਨੋ, ਮਨਾਂ ਨੂੰ ਸਮਝਾਉਣਾ ਕਰੋ, ਕਹੋ ਕਿ ਹੇ ਮੇਰੇ ਪਿਆਰੇ ਮਨ, ਹਰੀ ਪਰਮੇਸ਼ਰ ਦਾ ਨਾਮ ਓਲਾ ਹੈ, ਆਸਰਾ ਰੂਪ ਹੈ, ਪੜਦਾ ਰੂਪ ਹੈ। ਉਸ ਨੂੰ ਗ੍ਰਹਿਣ ਕਰ। ਮਨ ਮੇਰੇ ਗਹੁ ਹਰ ਨਾਮ ਕਾ ਓਲਾ। ਹੇ ਮੇਰੇ ਪਿਆਰੇ ਮਨਾ, ਹਰੀ ਪਰਮੇਸ਼ਰ ਦਾ ਨਾਮ ਓਲਾ ਹੈ, ਪੜਦਾ ਹੈ, ਆਸਰਾ ਰੂਪ ਹੈ। ਉਸ ਨੂੰ ਗ੍ਰਹਿਣ ਕਰ। ਅਰਬੀ ਵਿੱਚ ਓਲਾ ਪਰਦੇ ਨੂੰ ਕਹਿੰਦੇ ਹਨ ਕਿ ਹੇ ਮੇਰੇ ਮਨਾ, ਹਰੀ ਦਾ ਨਾਮ ਹੀ ਤੇਰਾ ਲੋਕ ਪਰਲੋਕ ਦਾ ਪਰਦਾ ਹੈ। ਉਸ ਨੂੰ ਗ੍ਰਹਿਣ ਕਰ ਕਿ ਹੇ ਮੇਰੇ ਮਨਾ, ਹਰੀ ਪਰਮੇਸ਼ਰ ਦਾ ਨਾਮ ਜੋ ਪੜਦਾ ਹੈ ਓਲਾ ਹੈ ਕਿ ਸੁੰਦਰ ਹੈ। ਉਸ ਨੂੰ ਹਿਰਦੇ ਦੇ ਵਿੱਚ ਗ੍ਰਹਿਣ ਕਰ। ਗ੍ਰਹਿਣ ਕਰਨ ਦੇ ਨਾਲ ਤੁਝੈ ਨ ਲਾਗੈ ਤਾਤਾ ਝੋਲਾ, ਕਿ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਾਉਣ ਕਰਕੇ, ਜਿਸ ਕਰਕੇ ਤੈਨੂੰ ਦੁੱਖ ਵਿਕਾਰਾਂ ਨਰਕਾਂ ਦਾ ਤਾਤਾ ਹੁੰਦਾ, ਤੱਤਾ ਸੇਕ, ਝੋਲਾ ਹੁੰਦਾ, ਬੁੱਲਾ ਨਹੀਂ ਲੱਗਦਾ। ਕਿ ਤਾਤੀ ਬਉ ਨ ਲਾਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਰ, ਦੁੱਖ ਲੱਗੈ ਨਾ ਭਾਈ। ਕਿ ਜੇ ਤੂੰ ਪਰਮੇਸ਼ਰ ਦਾ ਨਾਮ ਹਿਰਦੇ ਦੇ ਵਿੱਚ ਵਸਾਉਣਾ ਕਰੇਗਾ, ਗ੍ਰਹਿਣ ਕਰੇਗਾ, ਫਿਰ ਗ੍ਰਹਿਣ ਕਰਕੇ ਤੈਨੂੰ ਦੁੱਖ ਵਿਕਾਰ ਨਰਕਾਂ ਦਾ ਤੱਤਾ ਸੇਕ ਰੂਪ ਝੋਲਾ ਬੁੱਲਾ ਨਹੀਂ ਲੱਗੇਗਾ। ਮਾਤਾ ਦੇ ਗਰਭ ਵਿੱਚ ਤੱਤਾ ਸੇਕ ਰੂਪੀ ਬੁੱਲਾ ਝੋਲਾ ਨਹੀਂ ਲੱਗੇਗਾ। ਰਹਾਉ ਜਿਉ ਬੋਹਿਥ ਭੈ ਸਾਗਰ ਮਾਹੇ, ਜਿਉ ਬੋਹਿਥ ਭੈ ਸਾਗਰ ਮਾਹੇ। ਜਿਉ ਜਿਸ ਪ੍ਰਕਾਰ ਭੈ ਦਾਇਕ ਸਾਗਰ ਸਮੁੰਦਰ ਵਿੱਚ ਕਿਸੇ ਡੁੱਬਦੇ ਨੂੰ ਬੋਹਿਤ ਹੁੰਦਾ, ਜਹਾਜ਼ ਰੱਖਿਅਕ ਹੁੰਦਾ ਹੈ, ਜਿਸ ਪ੍ਰਕਾਰ ਭੈ ਦਾਇਕ ਸਮੁੰਦਰ ਵਿੱਚ ਕਿਸੇ ਡੁੱਬਦੇ ਨੂੰ ਜਹਾਜ਼ ਰੱਖਿਅਕ ਹੁੰਦਾ ਹੈ, ਇਸੇ ਪ੍ਰਕਾਰ ਭੈ ਦਾਇਕ ਸੰਸਾਰ ਸਮੁੰਦਰ ਵਿੱਚ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬਦੇ ਹੋਏ ਜੀਵ ਨੂੰ ਤਾਰਨ ਵਾਲਾ ਪਰਮੇਸ਼ਰ ਦਾ ਨਾਮ ਬੋਹਿਤ ਹੈ, ਜਹਾਜ਼ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਭਾਰ। ਜਿਹੜਾ ਨਾਮ ਰੂਪੀ ਜਹਾਜ਼ 'ਤੇ ਚੜ੍ਹ ਜਾਂਦਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਕਿ ਜੋ ਭੈਦਾਇਕ ਸੰਸਾਰ ਸਮੁੰਦਰ ਹੈ, ਇਹ ਸੰਸਾਰ ਹੈ, ਇਸ ਦੇ ਵਿੱਚ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬਦੇ ਹੋਏ ਜੀਵ ਨੂੰ ਤਾਰਨ ਵਾਲਾ ਪਰਮੇਸ਼ਰ ਦਾ ਨਾਮ ਰੂਪ ਜਹਾਜ਼ ਹੈ। ਜਿਹੜਾ ਨਾਮ ਰੂਪੀ ਜਹਾਜ਼ 'ਤੇ ਚੜ੍ਹ ਜਾਂਦਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਅੰਧਕਾਰ ਦੀਪਕ ਦੀਪਾਹੇ। ਜਿਵੇਂ ਅੰਧਕਾਰ ਬਹੁਤ ਹਨੇਰੇ ਵਿੱਚ ਦੀਪਕ ਦੀਵਾ ਦੀਪਾਹੇ ਪ੍ਰਕਾਸ਼ ਕਰਦਾ ਹੈ, ਜਿਵੇਂ ਬਹੁਤ ਹਨੇਰੇ ਵਿੱਚ ਦੀਵਾ ਪ੍ਰਕਾਸ਼ ਕਰਦਾ ਹੈ, ਚਾਨਣ ਕਰਦਾ ਹੈ, ਇਸੇ ਪ੍ਰਕਾਰ ਅਗਿਆਨ ਦੇ ਹਨੇਰੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਦੀਵਾ ਜੀਵ ਦੇ
ਅੰਤਹਿਕਰਨ ਵਿੱਚ ਹਿਰਦੇ ਵਿੱਚ ਪ੍ਰਕਾਸ਼ ਕਰਦਾ ਹੈ। ਅੰਧਕਾਰ ਦੀਪਕ ਦੀ ਪਾਹੇ, ਕਿ ਜਿਵੇਂ ਅੰਧਕਾਰ ਬਹੁਤ ਹਨੇਰੇ ਵਿੱਚ ਦੀਵਾ ਪ੍ਰਕਾਸ਼ ਕਰਦਾ ਹੈ, ਇਸੇ ਪ੍ਰਕਾਰ ਅਗਿਆਨ ਦੇ ਹਨੇਰੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਦੀਵਾ ਜੀਵ ਦੇ ਹਿਰਦੇ ਵਿੱਚ ਪ੍ਰਕਾਸ਼ ਕਰਦਾ ਹੈ। ਅਗਨ ਸੀਤ ਕਾ ਲਾਹਸ ਦੁਖ, ਜਿਵੇਂ ਅਗਨ ਅੱਗ ਨਾਲ, ਸੀਤ ਹੁੰਦਾ ਠੰਡ ਦਾ ਦੁੱਖ ਹੈ ਜਿਹੜਾ ਉਹ ਲਾਹਸ ਲੈ ਜਾਂਦਾ ਹੈ। ਅਗਨ ਸੀਤ ਕਾ ਲਾਹਸ ਦੁਖ, ਕਿ ਜਿਵੇਂ ਅਗਨ ਅੱਗ ਨਾਲ, ਸੀਤ ਹੁੰਦਾ ਠੰਡ, ਠੰਡ ਦਾ ਦੁੱਖ ਲਾਹਸ ਲੈ ਜਾਂਦਾ ਹੈ। ਤਿਵੇਂ ਪਰਮੇਸ਼ਰ ਦਾ ਨਾਮ ਅੱਗ ਦੀ ਨਿਆਈ ਹੈ, ਜੋ ਪਾਪਾਂ ਦੇ ਸੀਤ, ਪਾਪਾਂ ਦੇ ਪਾਲੇ ਰੂਪੀ ਦੁੱਖ ਨੂੰ ਲਾਹ ਦੇਣ ਵਾਲਾ ਹੈ, ਮੇਟ ਦੇਣ ਵਾਲਾ ਹੈ। ਫਿਰ ਨਾਮ ਜਪਤ ਮਨ ਹੋਵਤ ਸੂਖ, ਫਿਰ ਪਰਮੇਸ਼ਰ ਦਾ ਨਾਮ ਜਪਣ ਕਰਕੇ ਮਨ ਸੁਖ ਸੁਖੀ ਹੋ ਜਾਂਦਾ ਹੈ। ਨਾਮ ਜਪਤ ਮਨ ਹੋਵਤ ਸੂਖ, ਕਿ ਜੋ ਪਰਮੇਸ਼ਰ ਦਾ ਨਾਮ ਅੱਗ ਦੀ ਨਿਆਈ ਹੈ, ਜੋ ਪਾਪਾਂ ਦੇ ਭਾਲੇ ਰੂਪੀ ਦੁੱਖ ਨੂੰ ਲਾਹਸ ਲਾਹ ਦੇਣ ਵਾਲਾ ਹੈ, ਮੇਟ ਦੇਣ ਵਾਲਾ ਹੈ। ਫਿਰ ਪਰਮੇਸ਼ਰ ਦਾ ਨਾਮ ਜਪਣ ਕਰਕੇ ਮਨ ਸੁਖ ਸੁਖੀ ਹੋਵਤ ਹੋ ਜਾਂਦਾ ਹੈ, ਮਨ ਵਿੱਚ ਪੂਰਨ ਸੁਖ ਪ੍ਰਾਪਤ ਹੋ ਜਾਂਦਾ ਹੈ। ਉਤਰ ਜਾਏ ਤੇਰੇ ਮਨ ਕੀ ਪਿਆਸ, ਕਿ ਨਾਮ ਨੂੰ ਹਿਰਦੇ ਵਿੱਚ ਵਸਾਉਣ ਕਰਕੇ, ਹੇ ਪਿਆਰਿਆ, ਤੇਰੇ ਮਨ ਵਿੱਚ ਪਦਾਰਥਾਂ ਦੀ, ਵਿਸ਼ੇ ਵਿਕਾਰਾਂ ਦੀ, ਤ੍ਰਿਸ਼ਨਾ ਦੀ ਪਿਆਸ ਇਹ ਸਾਰੀ ਉਤਰ ਜਾਏਗੀ, ਲਹਿ ਜਾਏਗੀ, ਭਾਵ ਨਾਸ ਹੋ ਜਾਏਗੀ, ਜੇ ਤੂੰ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਗ੍ਰਹਿਣ ਕਰ ਲਵੇਂ। ਨਾਮ ਦੀ ਮਹਿਮਾ ਹੈ, ਨਾਮ ਦੀ ਵਡਿਆਈ ਹੈ, ਕਿ ਨਾਮ ਦੀ ਵਡਿਆਈ ਹੈ ਨਾਮ ਜਪਣ ਕਰਕੇ। ਹੇ ਪਿਆਰਿਆ, ਉਤਰ ਜਾਏ ਤੇਰੇ ਮਨ ਕੀ ਪਿਆਸ, ਜੋ ਤੇਰੇ ਮਨ ਵਿੱਚ ਪਦਾਰਥਾਂ ਦੀ, ਵਿਸ਼ੇ ਆਦਿਕ ਦੀ, ਤ੍ਰਿਸ਼ਨਾ ਦੀ ਤ੍ਰੇਹ ਹੈ, ਇਹ ਸਾਰੀ ਉਤਰ ਜਾਏਗੀ, ਲਹਿ ਜਾਏਗੀ, ਭਾਵ ਨਾਸ ਹੋ ਜਾਏਗੀ। ਪੂਰਨ ਹੋਵੈ ਸਗਲੀ ਆਸ, ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ। ਡੋਲੇ ਨਾਹੀ ਤੁਮਰਾ ਚੀਤ, ਹੇ ਭਾਈ, ਪਦਾਰਥਾਂ ਆਦਿਕ ਨੂੰ ਵੇਖ ਕੇ ਸੰਸਾਰ ਦੇ ਭੈ ਆਦਿ ਵਿੱਚ ਤੇਰਾ ਚਿੱਤ ਡੋਲੇਗਾ ਨਹੀਂ, ਭਾਵ ਚਿੱਤ ਅੰਡੋਲ ਹੋ ਜਾਏਗਾ, ਡੋਲਣ ਤੋਂ ਰਹਿਤ ਹੋ ਜਾਏਗਾ। ਜੇ ਤੇਰੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਏ, ਤੂੰ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਗ੍ਰਹਿਣ ਕਰ ਲਵੇਂ, ਕਿ ਹੇ ਭਾਈ, ਪਦਾਰਥਾਂ ਆਦਿਕ ਨੂੰ ਵੇਖ ਕੇ ਸੰਸਾਰ ਦੇ ਭੈ, ਸੰਸਾਰ ਦੇ ਡਰ ਆਦਿ ਵਿੱਚ ਤੇਰਾ ਚਿੱਤ ਡੋਲੇਗਾ ਨਹੀਂ, ਭਾਵ ਚਿੱਤ ਅੰਡੋਲ ਹੋ ਜਾਏਗਾ, ਡੋਲਣ ਤੋਂ ਰਹਿਤ ਹੋ ਜਾਏਗਾ। ਅੰਮ੍ਰਿਤ ਨਾਮ ਜਪ ਗੁਰਮੁਖ ਮੀਤ, ਹੇ ਮੀਤ ਮਿੱਤਰਾ, ਸੱਜਣਾ, ਗੁਰਮੁਖ ਜਨਾਂ ਦੀ ਸੰਗਤ ਕਰਕੇ ਅੰਮ੍ਰਿਤ ਨਾਮ ਜਪ, ਕਿ ਅੰਮ੍ਰਿਤ ਰੂਪੀ ਨਾਮ ਨੂੰ ਜਪਣਾ ਕਰ। ਗੁਰਮੁਖ ਮੀਤ, ਹੇ ਮੀਤ ਮਿੱਤਰਾ, ਸੱਜਣਾ, ਗੁਰਮੁਖ ਜਨਾਂ ਦੀ ਸੰਗਤ ਕਰਕੇ ਅੰਮ੍ਰਿਤ ਨਾਮ ਜਪ, ਕਿ ਅੰਮ੍ਰਿਤ ਰੂਪੀ ਨਾਮ ਨੂੰ ਜਪਣਾ ਕਰ। ਤੇ ਨਾਮ ਜਪਣੇ ਕਰਕੇ ਨਾਮ ਔਖਦ ਸੋਈ ਜਨ ਪਾਵੈ, ਹੇ ਭਾਈ, ਨਾਮ ਰੂਪੀ ਔਖਦ ਦਵਾਈ ਸੋਈ ਹੁੰਦਾ, ਉਹ ਜਨ, ਉਹ ਪੁਰਖ ਹੀ ਪਾ ਸਕਦਾ ਹੈ। ਨਾਮ ਔਖਦ ਸੋਈ ਜਨ ਪਾਵੈ, ਹੇ ਭਾਈ, ਨਾਮ ਰੂਪੀ ਔਖਦ ਦਵਾਈ ਉਹ ਪੁਰਖ ਹੀ ਪਾ ਸਕਦਾ ਹੈ, ਕਿ ਜਿਨ੍ਹਾਂ ਨੇ ਗੁਰਮੁਖ ਜਨਾਂ ਦੀ ਸੰਗਤ ਕਰਕੇ ਅੰਮ੍ਰਿਤ ਰੂਪੀ ਨਾਮ ਨੂੰ ਜਪਣਾ ਕੀਤਾ ਹੈ। ਕਰ ਕਿਰਪਾ ਜਿਸ ਆਪ ਦਿਵਾਵੈ, ਜਿਸ ਨੂੰ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਕੇ ਆਪ ਗੁਰਾਂ ਪਾਸੋਂ ਨਾਮ ਦੀ ਦਾਤ ਦਿਵਾ ਦਿੰਦਾ ਹੈ।
ਕਰ ਕਿਰਪਾ ਜਿਸ ਆਪ ਦਿਵਾਵੈ, ਜਿਸ ਨੂੰ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਕੇ ਗੁਰਾਂ ਪਾਸੋਂ ਨਾਮ ਦੀ ਦਾਤ ਦਿਵਾ ਦਿੰਦਾ ਹੈ ਕਿ ਉਹ ਪੁਰਖ ਹੀ ਪਰਮੇਸ਼ਰ ਦੇ ਨਾਮ ਰੂਪੀ ਦਵਾਈ ਨੂੰ ਲੈਂਦੇ ਹਨ। ਹਰ ਹਰ ਨਾਮ ਜਾਂ ਕੈ ਹਿਰਦੈ ਬਸੈ, ਹਰ ਹਰ ਨਾਮ ਜਾਂ ਕੈ ਹਿਰਦੈ ਬਸੈ। ਜਿਸ ਦੇ ਹਿਰਦੇ ਵਿੱਚ, ਜਿਸ ਦੇ ਮਨ ਵਿੱਚ ਪਾਪਾਂ ਦੇ ਹਰ ਹਾਰਕ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਕਿ ਜਿਸ ਦੇ ਹਿਰਦੇ ਵਿੱਚ, ਜਿਸ ਦੇ ਮਨ ਵਿੱਚ ਪਾਪਾਂ ਦੇ ਹਾਰਕ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ, ਦੁੱਖ ਦਰਦ ਤੇ ਨਾਨਕ ਨਸੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਦਾ ਜੰਮਣ ਮਰਨ ਰੂਪੀ ਦੁੱਖ ਅਤੇ ਅਵਿਦਿਆ ਆਦਿਕ ਦੀ ਦਰਦ ਹੁੰਦਾ, ਪੀੜਾ ਸਭ ਨਸੈ ਨਸ ਜਾਂਦੀ ਹੈ, ਨਾਸ ਹੋ ਜਾਂਦੀ ਹੈ। ਹਰ ਹਰ ਨਾਮ ਜਾਂ ਕੈ ਹਿਰਦੈ ਬਸੈ, ਕਿ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ, ਦੁੱਖ ਦਰਦ ਤੇ ਨਾਨਕ ਨਸੈ। ਸਤਿਗੁਰੂ ਜੀ ਕਥਨ ਕਰਦੇ ਹਨ ਉਸ ਦਾ ਜੰਮਣ ਮਰਨ ਰੂਪੀ ਦੁੱਖ ਅਤੇ ਅਵਿਦਿਆ ਆਦਿਕ ਦੀ ਪੀੜਾ ਸਾਰੀ ਨਸ ਜਾਂਦੀ ਹੈ, ਸਾਰੀ ਨਾਸ ਹੋ ਜਾਂਦੀ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਬਹੁਤ ਦਰਬ ਕਰ ਮਨ ਨਾ ਅਗਾਨਾ, ਅਨਕ ਰੂਪ ਦੇਖ ਨਹੀਂ ਪਤੀਆਨਾ। ਪੁੱਤਰ ਕਲੱਤਰ ਉਰਜੋ ਜਾਨ ਮੇਰੀ, ਉਹ ਵਿਨਸੈ ਓਏ ਭਸਮੈ ਢੇਰੀ। ਬਿਨ ਹਰ ਭਜਨ ਦੇਖੋ ਬਿਲ ਲਾਤੇ, ਧ੍ਰਿਗ ਧਨ ਮਾਇਆ ਸੰਗ ਰਾਤੇ ਰਹਾਉ। ਜਉ ਬਿਗਾਰੀ ਕੈ ਸਿਰ ਦੀਜਹਿ ਦਾਮ, ਓਏ ਖਸਮੈ ਕੈ ਗ੍ਰਹਿ ਉਨ ਦੁਖ ਸਹਾਮ। ਜਉ ਸੁਪਨੈ ਹੋਏ ਬੈਸਤ ਰਾਜਾ, ਨੇਤਰ ਪਸਾਰੈ ਤਾ ਨਿਰਾਰਥ ਕਾਜਾ। ਜਉ ਰਾਖਾ ਖੇਤ ਊਪਰ ਪਰਾਏ, ਖੇਤ ਖਸਮ ਕਾ ਰਾਖਾ ਉਠ ਜਾਏ। ਉਸ ਖੇਤ ਕਾਰਨ ਰਾਖਾ ਕੜੈ, ਤਿਸ ਕੈ ਪਾਲੈ ਕਛੂ ਨਾ ਪੜੈ। ਜਿਸ ਕਾ ਰਾਜ ਤਿਸੈ ਕਾ ਸੁਪਨਾ, ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ। ਆਪ ਬਿਨਾਹੇ ਆਪ ਕਰੇ ਰਾਸ, ਨਾਨਕ ਪ੍ਰਭ ਆਗੈ ਅਰਦਾਸ। ਆਪ ਬਿਨਾਹੈ ਆਪ ਕਰੇ ਰਾਸ, ਨਾਨਕ ਪ੍ਰਭ ਆਗੈ ਅਰਦਾਸ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਗੌੜੀ ਗੁਆਰੇਰੀ, ਗੌੜੀ ਰਾਗ ਦੇ ਅੰਦਰ ਗੁਆਰੇਰੀ ਜਾਤੀ ਦੇ ਅੰਦਰ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਉਚਾਰਨ ਕਰਦੇ ਹਨ, ਬਹੁਤ ਦਰਬ ਕਰ ਮਨ ਨਾ ਅਗਾਨਾ, ਕਿ ਬਹੁਤ ਸਾਰਾ ਦਰਬ, ਬਹੁਤ ਸਾਰਾ ਧਨ ਇਕੱਠਾ ਕਰਕੇ ਕਿਸੇ ਦਾ ਮਨ ਨਹੀਂ ਅਗਾਨਾ, ਮਨ ਨਹੀਂ ਰਜਦਾ, ਤ੍ਰਿਪਤ ਨਹੀਂ ਹੁੰਦਾ। ਬਹੁਤ ਦਰਬ ਕਰ ਮਨ ਨਾ ਅਗਾਨਾ, ਕਿ ਬਹੁਤ ਸਾਰਾ ਦਰਬ ਹੁੰਦਾ ਹੈ, ਧਨ ਇਕੱਠਾ ਕਰਕੇ ਕਿਸੇ ਦਾ ਮਨ ਨਹੀਂ ਅਗਾਨਾ, ਮਨ ਨਹੀਂ ਰਜਦਾ, ਤ੍ਰਿਪਤ ਨਹੀਂ ਹੁੰਦਾ। ਇਸੇ ਤੁਕ ਅਨੁਸਾਰ ਢੁਕਵੀਂ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚੋਂ ਭਾਈ ਸੰਤੋਖ ਸਿੰਘ ਜੀ ਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖੀ ਹੋਈ ਮਿਲਦੀ ਹੈ।
ਕਿ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਦੀ ਕਲਿਆਣ ਕਰਦੇ ਹੋਏ ਲਾਹੌਰ ਪਹੁੰਚੇ ਤਾਂ ਉੱਥੇ ਦੁਨੀ ਚੰਦ ਜੋ ਮੰਨਿਆ ਪਰਵੰਨਿਆ ਸਾਹੂਕਾਰ ਸੀ ਲਾਹੌਰ ਸ਼ਹਿਰ ਦੇ ਅੰਦਰ, ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਦੀ ਕਲਿਆਣ ਕਰਦੇ ਹੋਏ, ਸੰਸਾਰ ਦੀ ਕਲਿਆਣ ਕਰਦੇ ਹੋਏ ਲਾਹੌਰ ਸ਼ਹਿਰ ਪਹੁੰਚੇ ਤਾਂ ਉੱਥੇ ਦੁਨੀ ਚੰਦ ਜੋ ਮੰਨਿਆ ਪਰਵੰਨਿਆ ਸਾਹੂਕਾਰ ਸੀ, ਮਾਇਆ ਇਕੱਠੀ ਕਰਨ ਦਾ ਸੁਭਾਅ ਹੋਣ ਕਰਕੇ 7 ਲੱਖ ਧਜਾਂ ਖਜ਼ਾਨਿਆਂ ਵਿੱਚ ਹੋਣ ਕਰਕੇ ਮਕਾਨ ਦੀ ਛੱਤ ਤੇ 7 ਧਜਾ ਲਹਿਰਾ ਰਿਹਾ ਸੀ ਕਿ 7 ਲੱਖ ਧਜਾਂ ਖਜ਼ਾਨਿਆਂ ਵਿੱਚ ਹੋਣ ਕਰਕੇ ਮਕਾਨ ਦੀ ਛੱਤ ਤੇ 7 ਧਜਾ ਲਹਿਰਾਇਆ ਹੋਇਆ ਸੀ ਕਿ 1 ਲੱਖ ਦਾ 1 ਧਜਾ ਸੀ, 7 ਧਜਾਂ ਵਾਲਾ ਝੰਡਾ ਲਹਿਰਾਇਆ ਹੋਇਆ ਸੀ ਕਿ ਇਸ ਕੋਲੇ 7 ਲੱਖ ਹੈ ਉਸ ਸਮੇਂ ਵਿੱਚ। ਪਰ ਫਿਰ ਵੀ ਮਾਇਆ ਦਾ ਲਾਲਚ ਜਿਉਂ ਦੀ ਤਿਉਂ ਕਰਦਾ ਸੀ। ਗੁਰੂ ਜੀ ਨੇ ਇਸ ਦੀ ਬੇਨਤੀ ਮੰਨ ਕੇ ਇਸ ਦੇ ਘਰ ਚਰਨ ਪਾਏ। ਜਦੋਂ ਗੁਰੂ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਚਰਨ ਪਾਓ, ਦੁਨੀ ਚੰਦ ਨੇ, ਤਾਂ ਗੁਰੂ ਜੀ ਨੇ ਇਸ ਦੀ ਬੇਨਤੀ ਮੰਨ ਕੇ ਇਸ ਦੇ ਘਰ ਚਰਨ ਪਾਏ। ਘਰ ਵਿੱਚ ਭੋਜਨ ਛਕਣ ਵਾਲਿਆਂ ਦੀ ਭੀੜ ਦੇਖ ਕੇ ਗੁਰੂ ਜੀ ਨੇ ਪੁੱਛਿਆ ਕਿ ਇਸ ਭੀੜ ਦਾ ਕਾਰਨ ਕੀ ਹੈ, ਕਿ ਇੰਨੀ ਭੀੜ ਕਿਉਂ ਹੈ ਇਸ ਦੁਨੀ ਚੰਦ ਦੇ ਘਰੇ। ਤਾਂ ਦੁਨੀ ਚੰਦ ਨੇ ਕਿਹਾ ਕਿ ਮੇਰੇ ਪਿਤਾ ਦਾ ਸਰਾਧ ਹੈ, ਇਹ ਭੋਜਨ ਉਸੇ ਦੇ ਨਿਮਿਤ ਕੀਤਾ ਹੋਇਆ ਹੈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਣ ਕੇ, ਸਤਿਗੁਰੂ ਜੀ ਨੇ ਸੁਣ ਕੇ ਕਿਹਾ ਕਿ ਇਹ ਭੋਜਨ ਤੇਰੇ ਪਿਤਾ ਨੂੰ ਪਹੁੰਚ ਗਿਆ ਹੈ ਕੀ? ਦੁਨੀ ਚੰਦ ਕਹਿੰਦਾ ਕਿ ਗੁਰੂ ਜੀ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਕਿ ਇਹ ਭੋਜਨ ਮੇਰੇ ਪਿਤਾ ਜੀ ਨੂੰ ਪਹੁੰਚ ਗਿਆ ਹੈ ਜਾਂ ਨਹੀਂ। ਆਪ ਸਭ ਕੁਝ ਜਾਣਦੇ ਹੋ, ਕਿਰਪਾ ਕਰਕੇ ਤੁਸੀਂ ਹੀ ਦੱਸਣਾ ਕਰੋ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਤੇਰਾ ਪਿਤਾ ਬਘਿਆੜ ਦੀ ਜੂਨ ਵਿੱਚ ਪਿਆ ਹੋਇਆ ਹੈ, ਜੰਗਲ ਵਿੱਚ ਕਈ ਦਿਨਾਂ ਦਾ ਭੁੱਖਾ ਦੁਖੀ ਹੋ ਰਿਹਾ ਹੈ। ਤੂੰ ਭੋਜਨ ਲੈ ਕੇ ਜਾ, ਡਰਨ ਦੀ ਲੋੜ ਨਹੀਂ, ਤੇਰੇ ਦਰਸ਼ਨ ਕਰਕੇ ਉਸ ਦਾ ਭਲਾ ਹੋ ਜਾਏਗਾ। ਦੁਨੀ ਚੰਦ ਭੋਜਨ ਲੈ ਕੇ ਗਿਆ। ਦੁਨੀ ਚੰਦ ਨੂੰ ਦੇਖ ਕੇ ਬਘਿਆੜ ਦੀ ਜੂਨ ਵਿੱਚ ਪਏ ਹੋਏ ਉਸਦੇ ਪਿਤਾ ਨੂੰ ਗੁਰੂ ਪ੍ਰਤਾਪ ਨਾਲ ਗਿਆਨ ਹੋ ਗਿਆ। ਜਿਹੜੇ ਨੇਤਰਾਂ ਨਾਲ ਦੁਨੀ ਚੰਦ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਗਿਆ ਸੀ, ਜਦ ਬਘਿਆੜ ਦੀ ਜੂਨ ਵਿੱਚ ਪਏ ਪਿਤਾ ਵੱਲ ਦੇਖਿਆ ਦੁਨੀ ਚੰਦ ਨੇ, ਤਾਂ ਉਸ ਸਮੇਂ ਦੇਹ ਤਿਆਗ ਕੇ ਪ੍ਰਕਾਸ਼ ਰੂਪ ਦੇ ਸੂਖਮ ਸਰੀਰ ਸਹੀ ਪਿਤਾ ਵਾਲੇ ਰੂਪ ਦੇ ਵਿੱਚ ਹੋ ਕੇ ਧੰਨਵਾਦ ਕਰਦਾ ਹੈ ਦੁਨੀ ਚੰਦ ਦਾ ਕਿ ਬੇਟਾ ਜਿਹੜੇ ਨੇਤਰਾਂ ਨਾਲ ਤੂੰ ਪਰਮੇਸ਼ਰ ਸਰੂਪ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਕਰਕੇ ਆਇਆ ਹੈ, ਤੇਰੇ ਪਵਿੱਤਰ ਹੋਏ ਨੇਤਰਾਂ ਦੇ ਕਾਰਨ ਹੀ ਮੇਰੀ ਕਲਿਆਣ ਹੋ ਗਈ ਹੈ। ਹੁਣ ਤੂੰ ਵੀ ਸੇਵਾ ਕਰਕੇ ਆਪਣਾ ਜਨਮ ਸਵਾਰ ਲੈ, ਮੈਂ ਸੱਚਖੰਡ ਨੂੰ ਚੱਲਿਆ ਹਾਂ। ਤਾਂ ਦੁਨੀ ਚੰਦ ਨੇ ਕਿਹਾ ਕਿ ਪਿਤਾ ਜੀ ਇਹ ਨਿਖਿੱਧ ਜੂਨੀ ਤੁਸੀਂ ਕਿਵੇਂ ਪਾਈ, ਤੈਨੂੰ ਬਘਿਆੜ ਦੀ ਜੂਨੀ ਕਿਵੇਂ ਮਿਲ ਗਈ? ਤਾਂ ਦੁਨੀ ਚੰਦ ਦੇ ਪਿਤਾ ਨੇ ਕਿਹਾ ਕਿ ਜਦ ਮੈਂ ਮਰਨ ਲੱਗਿਆ ਸੀ ਉਸ ਵੇਲੇ ਗਵਾਂਢੀ ਦੇ ਚੁੱਲ੍ਹੇ ਤੇ ਮੱਛੀ ਦਾ ਮਾਸ ਰਿਝਦੇ ਦੀ ਵਾਸ਼ਨਾ ਆਈ ਸੀ। ਮੈਨੂੰ ਮੇਰੇ ਮਨ ਵਿੱਚ ਇਹ ਮਾਸ ਖਾਣ ਦਾ ਸੰਕਲਪ ਪੈਦਾ ਹੋ ਗਿਆ ਕਿ ਉਸ ਸਮੇਂ ਮੇਰੇ ਪ੍ਰਾਣ ਨਿਕਲ ਗਏ, ਜਿਸ ਕਾਰਨ ਹੁਣ ਮੈਨੂੰ ਮਾਸਹਾਰੀ ਜੀਵ ਦੀ ਜੂਨ ਪ੍ਰਾਪਤ ਹੋਈ ਸੀ। ਪਰ ਹੁਣ ਗੁਰ ਕਿਰਪਾ ਸਦਕਾ ਮੈਂ ਸੱਚਖੰਡ ਨੂੰ ਜਾ ਰਿਹਾ ਹਾਂ। ਇਹ ਕਹਿ ਕੇ ਦੁਨੀ ਚੰਦ ਦਾ ਪਿਤਾ ਸੱਚਖੰਡ ਨੂੰ ਚਲਿਆ ਗਿਆ ਅਤੇ ਦੁਨੀ ਚੰਦ ਆ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨੀ ਢਹਿ ਪਿਆ।
ਕਹਿਣ ਲੱਗਿਆ, ਮਹਾਰਾਜ ਕੋਈ ਸੇਵਾ ਬਖਸ਼ੋ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਇੱਕ ਸੂਈ ਦੇ ਕੇ ਕਿਹਾ ਕਿ ਇਸ ਨੂੰ ਸੰਭਾਲ ਕੇ ਰੱਖੀ, ਅਸੀਂ ਪਰਲੋਕ ਵਿੱਚ ਤੈਥੋਂ ਵਾਪਸ ਲਵਾਂਗੇ। ਉਸ ਨੇ ਸੂਈ ਲਿਆ ਕੇ ਆਪਣੀ ਘਰਵਾਲੀ ਨੂੰ ਫੜਾ ਦਿੱਤੀ ਤੇ ਕਿਹਾ ਕਿ ਇਸ ਨੂੰ ਸੰਭਾਲ ਕੇ ਰੱਖਣਾ ਹੈ, ਗੁਰੂ ਜੀ ਨੇ ਪਰਲੋਕ ਵਿੱਚ ਲੈਣੀ ਹੈ ਆਪਾਂ ਤੋਂ। ਘਰਵਾਲੀ ਸੂਝਵਾਨ ਸੀ, ਉਸ ਨੇ ਕਿਹਾ ਕਿ ਪਰਲੋਕ ਵਿੱਚ ਤਾਂ ਆਪਣਾ ਸਰੀਰ ਵੀ ਨਹੀਂ ਜਾਣਾ, ਸੂਈ ਕਿਸ ਪ੍ਰਕਾਰ ਲੈ ਕੇ ਜਾਏਗਾ। ਚਲੋ ਗੁਰੂ ਜੀ ਦੇ ਕੋਲ ਇਸ ਗੱਲ ਦਾ ਰਹੱਸ ਪੁੱਛੀਏ, ਇਸ ਦਾ ਭੇਦ ਪੁੱਛੀਏ, ਕੀ ਭੇਦ ਹੈ ਇਸ ਦਾ। ਦੁਨੀ ਚੰਦ ਨੇ ਸੂਈ ਲਿਆ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਰੱਖਦੇ ਹੋਏ ਨੇ ਕਿਹਾ ਕਿ ਮਹਾਰਾਜ ਇਹ ਸੇਵਾ ਮੇਰੇ ਕੋਲੋਂ ਨਹੀਂ ਹੋ ਸਕਦੀ, ਕਿਉਂਕਿ ਪਰਲੋਕ ਵਿੱਚ ਤਾਂ ਮੇਰਾ ਸਰੀਰ ਵੀ ਨਹੀਂ ਜਾਏਗਾ, ਫਿਰ ਇਹ ਸੂਈ ਕਿਸ ਪ੍ਰਕਾਰ ਉੱਥੇ ਲੈ ਕੇ ਜਾਵਾਂਗਾ। ਤਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਫਿਰ ਤੇਰਾ 7 ਧਜਾਂ ਦਾ ਧਨ ਕਿਵੇਂ ਜਾਏਗਾ ਜਿਹੜਾ ਤੂੰ ਇਕੱਠਾ ਕੀਤਾ ਹੈ, ਜੇ ਸੂਈ ਨਹੀਂ ਜਾਂਦੀ। ਮਹਾਰਾਜ ਜੀ ਨੇ ਦੁਨੀ ਚੰਦ ਨੂੰ ਕਿਹਾ, ਜਿਹੜਾ ਤਾਂ ਇੰਨਾ 7 ਧਜਾਂ ਵਾਲਾ ਧਨ ਇਕੱਠਾ ਕਰ ਰਿਹਾ ਹੈ, ਇਹ ਕਿਵੇਂ ਜਾਏਗਾ। ਦੁਨੀ ਚੰਦ ਨੂੰ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਗਿਆਨ ਹੋਇਆ ਤੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਹੀ ਕਿਰਪਾ ਕਰੋ। ਤਾਂ ਗੁਰੂ ਜੀ ਨੇ ਉਹ ਸਾਰੇ ਪੈਸੇ ਦਾਨ ਪੁੰਨ ਵਿੱਚ ਖਰਚ ਕਰਾ ਕੇ ਸਰਾਧ ਆਦਿਕ ਦੇ ਭੁਲੇਖੇ ਵਿੱਚੋਂ ਕੱਢ ਦਿੱਤਾ। ਜਿਹੜਾ ਮਨ ਬਹੁਤ ਧਨ ਇਕੱਠਾ ਕਰਕੇ ਵੀ ਰੱਜਿਆ ਨਹੀਂ ਸੀ, ਹੁਣ ਗੁਰੂ ਉਪਦੇਸ਼ ਤੇ ਨਾਮ ਦੀ ਕਮਾਈ ਨਾਲ ਤ੍ਰਿਪਤ ਹੋ ਗਿਆ। ਬਹੁਤ ਦਰਬ ਕਾਰ ਮਨ ਨਾ ਅਗਾਨਾ, ਕਿ ਜਿਹੜਾ ਮਨ ਬਹੁਤ ਧਨ ਇਕੱਠਾ ਕਰਕੇ ਵੀ ਰੱਜਿਆ ਨਹੀਂ ਸੀ, ਹੁਣ ਗੁਰੂ ਦੇ ਉਪਦੇਸ਼ ਤੇ ਨਾਮ ਦੀ ਕਮਾਈ ਨਾਲ ਤ੍ਰਿਪਤ ਹੋ ਗਿਆ। ਸੋ ਇਸ ਸਾਖੀ ਤੋਂ ਭਾਵ ਹੈ, ਜੋ ਉਪਰੋਕਤ ਤੁਕ ਵਿੱਚ ਸਿਧਾਂਤ ਆਇਆ ਸੀ, ਬਹੁਤ ਮਾਇਆ ਕਰਕੇ ਕੋਈ ਤ੍ਰਿਪਤ ਨਹੀਂ ਹੁੰਦਾ। ਬਹੁਤ ਦਰਬ ਕਰ ਮਨ ਨਾ ਅਗਾਨਾ, ਕਿ ਬਹੁਤ ਸਾਰਾ ਧਨ ਇਕੱਠਾ ਕਰਕੇ ਕਿਸੇ ਦਾ ਮਨ ਵੀ ਰੱਜਦਾ ਨਹੀਂ, ਤ੍ਰਿਪਤ ਨਹੀਂ ਹੁੰਦਾ। ਕਿ ਇੱਥੇ ਇਸੇ ਪ੍ਰਕਰਨ ਤੇ ਦੁਨੀ ਚੰਦ ਦੀ ਸਾਖੀ ਆਈ ਹੈ। ਅਨਕ ਰੂਪ ਦੇਖ ਨਹਿ ਪਤਿਆਨਾ, ਇਹ ਜੀਵ ਅਨਕ ਅਨੇਕ ਤਰ੍ਹਾਂ ਦੀਆਂ ਸੁੰਦਰ ਸੂਰਤਾਂ ਵੇਖ ਕਰਕੇ ਪਤਿਆਨਾ ਪਤੀਜਦਾ ਨਹੀਂ ਹੈ, ਭਰੋਸਾ ਨਹੀਂ ਆਉਂਦਾ। ਭਾਵ ਇੱਕ ਮੂੰਹ ਦੇਖ ਕੇ ਫਿਰ ਦੂਸਰੇ ਦਾ ਸੋਹਣਾ ਮੂੰਹ ਦੇਖਣ ਦੀ ਇੱਛਾ ਫੁਰਦੀ ਰਹਿੰਦੀ ਹੈ। ਆਨਕ ਰੂਪ ਦੇਖ ਨਹਿ ਪਤਿਆਨਾ, ਇਹ ਜੀਵ ਅਨਕ ਅਨੇਕ ਤਰ੍ਹਾਂ ਦੀਆਂ ਸੁੰਦਰ ਸੂਰਤਾਂ ਵੇਖ ਕਰਕੇ ਪਤਿਆਨਾ ਪਤੀਜਦਾ ਨਹੀਂ, ਭਰੋਸਾ ਨਹੀਂ ਆਉਂਦਾ। ਭਾਵ ਇੱਕ ਮੂੰਹ ਦੇਖ ਕੇ ਫਿਰ ਦੂਸਰੇ ਦਾ ਸੋਹਣਾ ਮੂੰਹ ਦੇਖਣ ਦੀ ਇੱਛਾ ਫੁਰਦੀ ਰਹਿੰਦੀ ਹੈ। ਪੁੱਤਰ ਕਲੱਤਰ ਉਰਜੋ ਜਾਨ ਮੇਰੀ, ਮਹਾਰਾਜ ਜੀ ਕਹਿਣ ਲੱਗੇ, ਪੁੱਤਰ ਕਲੱਤਰ ਉਰਜੋ ਜਾਨ ਮੇਰੀ। ਪੁੱਤਰ ਬੇਟਾ, ਕਲੱਤਰ ਇਸਤਰੀ। ਪੁੱਤਰ ਕਲੱਤਰ ਪੁੱਤਰ ਦੀ ਇਸਤਰੀ ਭਾਵ ਨੂੰਹ ਆਦ ਵਿੱਚ ਮੇਰ ਕਰਕੇ ਉਰਜੋ ਉਲਝ ਰਿਹਾ ਹੈ। ਇਹ ਮੇਰਾ ਪੁੱਤਰ ਹੈ, ਇਹ ਮੇਰੀ ਨੂੰਹ ਹੈ, ਇਹ ਮੇਰੀ ਇਸਤਰੀ ਹੈ, ਇਸ ਦੇ ਵਿੱਚ ਉਲਝ ਰਿਹਾ ਹੈ। ਸਭ ਨੂੰ ਆਪਣੀ ਜਾਨ ਮੇਰੀ, ਸਭ ਨੂੰ ਆਪਣੀ ਜਾਨ, ਆਪਣੀ ਜਿੰਦ ਜਾਨ ਸਮਝਿਆ ਹੋਇਆ ਹੈ। ਪੁੱਤਰ ਅਤੇ ਕਲੱਤਰ ਇਸਤਰੀ ਆਦਿਕ ਦੇ ਮੋਹ ਵਿੱਚ ਫਸਿਆ ਹੋਇਆ ਕਹਿੰਦਾ ਹੈ ਕਿ ਇਹ ਤਾਂ ਮੇਰੀ ਜਿੰਦ, ਇਹ ਤਾਂ ਮੇਰੀ ਜਾਨ ਹਨ। ਉਹ ਵਿਨਸੈ ਓਏ ਭਸਮੈ ਢੇਰੀ, ਪਰ ਇਹ ਜੀਵ ਸਮਝਦਾ ਨਹੀਂ ਕਿ ਉਹ ਜੋ ਪਦਾਰਥ ਅੰਤ ਨੂੰ ਨਾਸ ਹੋ ਜਾਣਗੇ, ਉਹ ਸੰਬੰਧੀ ਵੀ ਅੰਤ ਨੂੰ ਸੁਆਹ ਦੀ ਢੇਰੀ ਹੋ ਜਾਣਗੇ। ਉਹ ਜੋ ਅਨੇਕਾਂ ਤਰ੍ਹਾਂ ਦੇ ਰੂਪ ਦੇਖਦਾ ਹੈ, ਉਹ ਬਿਨਸੈ ਨਾਸ ਹੋ ਜਾਣ ਵਾਲੇ ਹਨ। ਅਤੇ ਓਏ ਭਸਮੈ ਢੇਰੀ,
ਓਏ ਉਹ ਜੋ ਪੁੱਤਰ ਇਸਤਰੀ ਆਦਿਕ ਦੇ ਸਰੀਰ ਹਨ, ਇਹ ਵੀ ਅੰਤ ਨੂੰ ਭਸਮੈ ਰਾਖ ਦੀ ਢੇਰੀ ਹੋ ਜਾਣੇ ਹਨ। ਬਿਨ ਹਰ ਭਜਨ ਦੇਖੋ ਵਿਲ ਲਾਤੇ। ਹੇ ਭਾਈ, ਹਰੀ ਦੇ ਭਜਨ ਹਰੀ ਦੇ ਸਿਮਰਨ ਤੋਂ ਬਿਨਾ ਤਾਂ ਬਿਲ ਲਾਤੇ ਬਿਰਲਾਪ ਕਰਦੇ ਦੇਖੀਂਦੇ ਹਨ। ਬਿਨ ਹਰ ਭਜਨ ਦੇਖੋ ਬਿਲ ਲਾਤੇ। ਹੇ ਭਾਈ, ਹਰੀ ਦੇ ਭਜਨ ਹਰੀ ਦੇ ਸਿਮਰਨ ਤੋਂ ਬਿਨਾ ਤਾਂ ਬਿਲ ਲਾਤੇ ਬਿਰਲਾਪ ਕਰਦੇ ਦੇਖੀਂਦੇ ਹਨ। ਧ੍ਰਿਗ ਤਨ ਧ੍ਰਿਗ ਧਨ ਮਾਇਆ ਸੰਗ ਰਾਤੇ ਰਹਾਓ। ਉਹਨਾਂ ਦੇ ਤਾਨ, ਉਹਨਾਂ ਦੇ ਸਰੀਰ ਨੂੰ ਧ੍ਰਿਗ ਤ੍ਰਿਕਾਰ ਹੈ ਅਤੇ ਧਨ ਨੂੰ ਵੀ ਧ੍ਰਿਗ ਤ੍ਰਿਕਾਰ ਹੈ, ਜਿਸ ਕਰਕੇ ਉਹ ਸਾਰੇ ਮਾਇਆ ਦੇ ਸੰਗ, ਮਾਇਆ ਦੇ ਨਾਲ ਰੱਤੇ ਭਾਵ ਪ੍ਰੇਮ ਕਰਦੇ ਹਨ। ਬਿਨ ਹਰ ਭਜਨ ਦੇਖੋ ਬਿਲ ਲਾਤੇ। ਧ੍ਰਿਗ ਤਨ ਧ੍ਰਿਗ ਧਨ ਮਾਇਆ ਸੰਗ ਰਾਤੇ। ਹੇ ਭਾਈ, ਹਰੀ ਦੇ ਭਜਨ ਸਿਮਰਨ ਤੋਂ ਬਿਨਾ ਤਾਂ ਕਿ ਬਿਲ ਲਾਤੇ ਬਿਰਲਾਪ ਕਰਦੇ ਦੇਖੀਂਦੇ ਹਨ। ਉਹਨਾਂ ਦੇ ਸਰੀਰ ਨੂੰ ਤ੍ਰਿਕਾਰ ਹੈ ਅਤੇ ਧਨ ਨੂੰ ਵੀ ਤ੍ਰਿਕਾਰ ਹੈ, ਜਿਸ ਕਰਕੇ ਉਹ ਸਾਰੇ ਮਾਇਆ ਦੇ ਨਾਲ ਰੱਤੇ ਭਾਵ ਮਾਇਆ ਦੇ ਨਾਲ ਪ੍ਰੇਮ ਕਰਦੇ ਹਨ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਉਹ ਪ੍ਰੇਮ ਕਰਦੇ ਹੋਏ ਕੀ ਕਰਦੇ ਹਨ? ਜਿਉ ਬਿਗਾਰੀ ਕੈ ਸਿਰ ਦੀਜਹਿ ਦਾਮ। ਓਏ ਖਸਮੈ ਕੈ ਗ੍ਰਹਿ ਓਨ ਦੁਖ ਸੁਹਾਮ। ਜਿਉ ਬਿਗਾਰੀ ਕੈ ਸਿਰ ਦੀਜਹਿ ਦਾਮ। ਜਿਵੇਂ ਬਿਗਾਰੀ ਬਿਨਾਂ ਮਜ਼ਦੂਰੀ ਤੋਂ ਕੰਮ ਕਰਨ ਵਾਲੇ ਦੇ ਸਿਰ ਉੱਪਰ ਦਾਮ ਹੁੰਦਾ, ਧਨ ਦੀ ਪੰਡ ਦੇਣੀ ਕਰੇ। ਭਾਵ ਬਿਗਾਰੀ ਪੁਰਸ਼ ਧਨ ਦੀ ਪੰਡ ਆਪਣੇ ਸਿਰ ਤੇ ਚੁੱਕ ਲਵੇ, ਉਸ ਪੰਡ ਨੇ ਤਾਂ ਮਾਲਕ ਦੇ ਘਰ ਚਲੇ ਜਾਣਾ ਹੈ ਤੇ ਉਸ ਬਿਗਾਨੀ ਨੇ ਤਾਂ ਉਸ ਬਿਗਾਰੀ ਨੇ ਤਾਂ ਪੰਡ ਚੁੱਕਣ ਰੂਪ ਨਿਰਾ ਦੁੱਖ ਹੀ ਸਹਾਰਨਾ ਕੀਤਾ ਹੈ। ਉਸ ਮਾਇਆ ਦੀ ਪੰਡ ਦਾ, ਉਸ ਮਾਇਆ ਦਾ ਜਿਹੜਾ ਮਜ਼ਦੂਰੀ ਕਰਨ ਵਾਲਾ ਹੈ ਬਿਨਾਂ ਪੈਸਿਆਂ ਤੋਂ ਬਿਗਾਰੀ, ਉਸ ਨੂੰ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ। ਜਿਉ ਬਿਗਾਰੀ ਕੈ ਸਿਰ ਦੀਜਹਿ ਦਾਮ, ਕਿ ਜਿਵੇਂ ਬਿਗਾਰੀ ਬਿਨਾਂ ਮਜ਼ਦੂਰੀ ਤੋਂ ਕੰਮ ਕਰਨ ਵਾਲੇ ਦੇ ਸਿਰ ਉੱਪਰ ਧਨ ਦੀ ਪੰਡ ਰੱਖਣੀ ਕਰੀਏ। ਭਾਵ ਬਿਗਾਰੀ ਪੁਰਸ਼ ਧਨ ਦੀ ਪੰਡ ਆਪਣੇ ਸਿਰ ਤੇ ਚੁੱਕ ਲਵੇ, ਉਹ ਉਸ ਪੰਡ ਨੇ ਤਾਂ ਜਿਸ ਦੀ ਮਜ਼ਦੂਰੀ ਕਰ ਰਿਹਾ ਹੈ ਉਸ ਦੇ ਘਰ ਹੀ ਲੈ ਕੇ ਜਾਣਾ ਹੈ ਤੇ ਉਸ ਬਿਗਾਰੀ ਨੇ ਤਾਂ ਪੰਡ ਚੁੱਕਣ ਰੂਪ ਨਿਰਾ ਦੁੱਖ ਹੀ ਸਹਾਰਨਾ ਕੀਤਾ ਹੈ। ਇਸੇ ਪ੍ਰਕਾਰ ਇਹ ਜੀਵ ਬਿਗਾਰੀ ਦੀ ਨਿਆਈ ਇਸਤਰੀ ਪੁੱਤਰ ਆਦਿਕ ਸੰਬੰਧੀਆਂ ਦੇ ਪਾਲਣ ਪੋਸ਼ਣ ਵਾਸਤੇ ਆਪਣੇ ਸਿਰ ਉੱਪਰ ਪਦਾਰਥਾਂ ਰੂਪੀ ਪੰਡ ਚੁੱਕੀ ਫਿਰਦਾ ਹੈ। ਪਰੰਤੂ ਪੁੰਨ ਕਰਮ ਖਤਮ ਹੋਣ ਤੇ ਕੁਝ ਪਦਾਰਥ ਹੋਰ ਮਾਲਕ ਪੁਰਖ ਦੇ ਗ੍ਰਹਿ ਪੁਰਖ ਦੇ ਘਰ ਚਲੇ ਜਾਂਦੇ ਹਨ। ਉਹ ਜੀਵ ਮੇਰ ਤੇਰ ਕਰਕੇ ਦੁੱਖ ਹੀ ਸਹਾਰਦੇ ਹਨ। ਜਿਉ ਬਿਗਾਰੀ ਕੈ ਸਿਰ ਦੀਜਹਿ ਦਾਮ। ਓਏ ਖਸਮੈ ਕੈ ਗ੍ਰਹਿ ਓਨ ਦੁਖ ਸਹਾਮ। ਕਿ ਇਸੇ ਪ੍ਰਕਾਰ ਇਹ ਜੀਵ ਬਿਗਾਰੀ ਦੀ ਨਿਆਈ ਇਸਤਰੀ ਪੁੱਤਰ ਆਦਿਕ ਸੰਬੰਧੀਆਂ ਦੇ ਪਾਲਣ ਪੋਸ਼ਣ ਵਾਸਤੇ ਆਪਣੇ ਸਿਰ ਉੱਪਰ ਪਦਾਰਥਾਂ ਰੂਪੀ ਪੰਡ ਚੁੱਕੀ ਫਿਰਦਾ ਹੈ। ਪਰੰਤੂ ਪੁੰਨ ਕਰਮ ਖਤਮ ਹੋਣ ਤੇ ਕੁਝ ਪਦਾਰਥ ਹੋਰ ਮਾਲਕ ਦੇ ਘਰ ਚਲੇ ਜਾਂਦੇ ਹਨ ਅਤੇ ਉਹ ਜੀਵ ਮੇਰ ਤੇਰ ਕਰਕੇ ਦੁੱਖ ਹੀ ਸਹਾਰਦੇ ਹਨ। ਜਿਉ ਸੁਪਨੈ ਹੋਏ ਬੈਸਤ ਰਾਜਾ, ਨੇਤਰ ਪਸਾਰੈ ਤਾਂ ਨਿਰਾਰਥ ਕਾਜਾ। ਜਿਉ ਜਿਵੇਂ ਸੁਪਨੇ ਵਿੱਚ ਕੋਈ ਗਰੀਬ ਆਦਮੀ ਰਾਜਾ ਹੋ ਕੇ, ਪਾਤਸ਼ਾਹ ਹੋ ਕੇ, ਰਾਜਾ ਬਣ ਕੇ ਰਾਜ ਗੱਦੀ ਤੇ ਬੈਸਤ ਬੈਠ ਜਾਵੇ
ਜਿਉਂ ਸੁਪਨਾ ਹੋਏ ਬੈਸਤ ਰਾਜਾ। ਜਿਵੇਂ ਸੁਪਨੇ ਵਿੱਚ ਕੋਈ ਗਰੀਬ ਆਦਮੀ ਰਾਜਾ ਬਣ ਕੇ ਰਾਜ ਗੱਦੀ 'ਤੇ ਬੈਠ ਜਾਏ। ਨੇਤਰ ਪਸਾਰੈ ਤਾਂ ਨਿਰਾਰਥ ਕਾਜਾ। ਜਦੋਂ ਨੇਤਰ ਅੱਖਾਂ ਪਸਾਰੈ ਖੋਲ੍ਹ ਕੇ ਵੇਖਿਆ, ਭਾਵ ਜਦੋਂ ਨੀਂਦ ਤੋਂ ਉੱਠਿਆ ਤਾਂ ਸਾਰਾ ਰਾਜ ਭਾਗ ਦਾ ਕਾਰਜ ਨਿਰਾਰਥ ਨਿਫਲ ਬੇਅਰਥ ਹੀ ਦਿਸਦਾ ਹੈ। ਇਸੇ ਪ੍ਰਕਾਰ ਇਹ ਜੀਵ ਸੁਪਨੇ ਦੀ ਨਿਆਈ ਸੰਸਾਰ ਵਿੱਚ ਹੰਕਾਰ ਕਰਕੇ ਬਾਦਸ਼ਾਹ ਬਣੀ ਬੈਠਾ ਹੈ। ਪਰ ਜਦੋਂ ਜਮਾ ਨੇ ਆ ਕੇ ਸਿਰ ਵਿੱਚ ਡੰਡਾ ਮਾਰਿਆ, ਤਦੋਂ ਹੀ ਇਸ ਜੀਵ ਦੀਆਂ ਅੱਖਾਂ ਖੁੱਲ੍ਹਣਗੀਆਂ। ਤਾਂ ਪਤਾ ਲੱਗੇਗਾ ਕਿ ਸਾਰੇ ਕਾਜ ਵਿਹਾਰ ਨਿਰਾਰਥ ਹੀ ਹਨ, ਬੇਅਰਥ ਹੀ ਹਨ। ਜਿਉਂ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ। ਜਿਉਂ ਰਾਖਾ ਖੇਤ ਉੱਪਰ ਪਰਾਏ, ਜਿਵੇਂ ਪਰਾਇਆ ਖੇਤਾਂ ਉੱਤੇ ਰਾਖੀ ਕਰਨ ਵਾਲਾ ਫਸਲ ਦੀ ਰਾਖੀ ਕਰਦਾ ਹੈ, ਪਰ ਉਹ ਖੇਤ ਤਾਂ ਖੇਤਾਂ ਦੇ ਮਾਲਕ ਦਾ ਹੀ ਹੁੰਦਾ ਹੈ, ਤੇ ਫਸਲ ਦੀ ਕਟਾਈ ਤੋਂ ਮਗਰੋਂ ਉਹ ਰਾਖਾ ਉੱਠ ਕੇ ਚਲਿਆ ਜਾਂਦਾ ਹੈ। ਭਾਵ ਰਾਖਾ ਖੇਤ ਦਾ ਮਾਲਕ ਨਹੀਂ ਹੁੰਦਾ। ਜੈਸੇ ਫਸਲ ਦੀ ਰਾਖੀ ਰੱਖਣ ਵਾਸਤੇ ਰਾਖਾ ਰੱਖਿਆ ਜਾਂਦਾ ਹੈ, ਜਿਤਨਾ ਚਿਰ ਰਾਖੀ ਕਰਦਾ ਹੈ ਉਤਨਾ ਚਿਰ ਹੀ ਰਹਿੰਦਾ ਹੈ, ਫਿਰ ਉੱਠ ਕੇ ਚਲਿਆ ਜਾਂਦਾ ਹੈ। ਜਿਉਂ ਰਾਖਾ ਖੇਤ ਉੱਪਰ ਪਰਾਏ, ਜਿਵੇਂ ਪਰਾਇਆ ਖੇਤਾਂ ਉੱਪਰ ਰਾਖੀ ਕਰਨ ਵਾਲਾ ਫਸਲ ਦੀ ਰਾਖੀ ਕਰਦਾ ਹੈ, ਪਰ ਉਹ ਖੇਤ ਤਾਂ ਖੇਤਾਂ ਦੇ ਮਾਲਕ ਦਾ ਹੀ ਹੁੰਦਾ ਹੈ। ਫਸਲ ਦੀ ਕਟਾਈ ਤੋਂ ਮਗਰੋਂ ਉਹ ਰਾਖਾ ਉੱਠ ਕੇ ਚਲਿਆ ਜਾਂਦਾ ਹੈ। ਭਾਵ ਰਾਖਾ ਖੇਤ ਦਾ ਮਾਲਕ ਨਹੀਂ ਹੁੰਦਾ, ਰਾਖੀ ਵਾਸਤੇ ਹੀ ਹੁੰਦਾ ਹੈ। ਖੇਤ ਖਸਮ ਕਾ ਰਾਖਾ ਉੱਠ ਜਾਏ, ਕਿ ਖੇਤ ਦਾ ਰਾਖਾ ਹੈ ਉਹ ਉੱਠ ਕੇ ਚਲਿਆ ਜਾਂਦਾ ਹੈ, ਮਾਲਕ ਨਹੀਂ ਹੁੰਦਾ। ਇਸੇ ਪ੍ਰਕਾਰ ਇਹ ਜੀਵ ਰਾਖੇ ਦੀ ਨਿਆਈ ਪਰਾਏ ਖੇਤ ਰੂਪ ਇਸਤਰੀ ਪੁੱਤਰ ਆਦਿਕ ਦੀ ਰਾਖੀ ਕਰ ਰਿਹਾ ਹੈ। ਹਉਮੈ ਕਰਕੇ ਆਪਣੀ ਮੰਨੀ ਬੈਠਾ ਹੈ, ਪਰ ਇਸ ਇਸਤਰੀ ਪੁੱਤਰ ਆਦਿਕ ਸੰਬੰਧੀਆਂ ਦੇ ਸਰੀਰ ਰੂਪੀ ਖੇਤ ਦਾ ਮਾਲਕ ਤਾਂ ਵਾਹਿਗੁਰੂ ਹੀ ਹੈ। ਇਹ ਜੀਵ ਰੂਪ ਰਾਖੇ ਨੇ ਅੰਤ ਨੂੰ ਸੰਸਾਰ ਵਿੱਚੋਂ ਉੱਠ ਕੇ ਪਰਲੋਕ ਨੂੰ ਚਲੇ ਜਾਣਾ ਹੈ। ਕਿ ਜਿਉਂ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ। ਕਿ ਇਸੇ ਪ੍ਰਕਾਰ ਇਹ ਜੀਵ ਰੂਪ ਰਾਖੇ ਦੀ ਨਿਆਈ ਪਰਾਏ ਖੇਤ ਰੂਪੀ ਇਸਤਰੀ ਪੁੱਤਰ ਆਦਿਕ ਦੀ ਰਾਖੀ ਕਰ ਰਿਹਾ ਹੈ। ਹਉਮੈ ਕਰਕੇ ਆਪਣੇ ਮੰਨੀ ਬੈਠਾ ਹੈ, ਪਰ ਇਸ ਇਸਤਰੀ ਪੁੱਤਰ ਆਦਿਕ ਸੰਬੰਧੀਆਂ ਦੇ ਸਰੀਰ ਰੂਪੀ ਖੇਤ ਦਾ ਮਾਲਕ, ਖੇਤ ਦਾ ਰਾਖਾ ਤਾਂ ਵਾਹਿਗੁਰੂ ਹੀ ਹੈ। ਇਸ ਜੀਵ ਰੂਪ ਰਾਖੇ ਨੇ ਅੰਤ ਨੂੰ ਸੰਸਾਰ ਵਿੱਚੋਂ ਉੱਠ ਕੇ ਪਰਲੋਕ ਨੂੰ ਚਲੇ ਜਾਣਾ ਹੈ। ਉਸ ਖੇਤ ਕਾਰਨ ਰਾਖਾ ਕੜੈ, ਤਿਸ ਕੈ ਪਾਲੈ ਕਛੂ ਨਾ ਪੜੈ। ਉਸ ਖੇਤ ਕਾਰਨ ਰਾਖਾ ਕੜੈ, ਕਿ ਉਹਨਾਂ ਖੇਤਾਂ ਵਾਸਤੇ ਰਾਖਾ ਕੜੈ, ਰਾਖਾ ਝੁਰਦਾ ਹੈ। ਭਾਵ ਸਾਰਾ ਦਿਨ ਰਾਖੀ ਕਰਦਾ ਰਹਿੰਦਾ ਹੈ, ਪਰ ਉਸ ਦੇ ਪਾਲੇ ਪੱਲੇ ਇੱਕ ਮਜ਼ਦੂਰੀ ਤੋਂ ਬਿਨਾਂ ਕੁਝ ਵੀ ਨਹੀਂ ਪੈਂਦਾ। ਖੇਚਲ ਹੀ ਪੱਲੇ ਪਈ, ਪਰ ਕੁਝ ਨਹੀਂ। ਇਸੇ ਪ੍ਰਕਾਰ ਇਹ ਜੀਵ ਸਰੀਰ ਰੂਪੀ ਖੇਤਾਂ ਦੀ ਰਾਖੀ ਕਰਨ ਵਾਸਤੇ ਐਵੇਂ ਹੀ ਕੜਾ, ਐਵੇਂ ਹੀ ਝੁਰਦਾ ਰਹਿੰਦਾ ਹੈ ਕਿ ਇਹ ਮੇਰੇ ਸੰਬੰਧੀ ਹਨ, ਪਰ ਅੰਤ ਵੇਲੇ ਪਰਲੋਕ ਨੂੰ ਲਿਜਾਣ ਵਾਸਤੇ ਇਸ ਦੇ ਪੱਲੇ ਕੁਝ ਨਹੀਂ ਪੈਂਦਾ, ਖਾਲੀ ਹੀ ਜਾਂਦਾ ਹੈ। ਜਿਸ ਕਾ ਰਾਜ ਤਿਸੈ ਕਾ ਸੁਪਨਾ ਹੈ ਭਾਈ। ਜਿਸ ਵਾਹਿਗੁਰੂ ਦਾ ਰਾਜ, ਜਿਸ ਵਾਹਿਗੁਰੂ ਦਾ ਪ੍ਰਕਾਸ਼ ਹੈ, ਉਸੇ ਦਾ ਹੀ ਸੰਸਾਰ ਰੂਪੀ ਸੁਪਨਾ ਪੈਦਾ ਕੀਤਾ ਹੋਇਆ ਹੈ। ਜਿਸ ਜੀਵ ਦਾ ਜਿਹੋ ਜਿਹਾ ਮਨੋ ਰਾਜ ਸੰਕਲਪ ਹੁੰਦਾ ਹੈ, ਉਹੋ ਜਿਹਾ ਹੀ ਉਸ ਨੂੰ ਸੁਪਨਾ ਆਉਂਦਾ ਹੈ। ਜਿਸ ਦਾ ਰਾਜ ਹੋਵੇ, ਭਾਵ
ਬਹੁਲਤਾ ਹੋਵੇ ਉਸੇ ਚੀਜ਼ ਦਾ ਸੁਪਨਾ ਆਉਂਦਾ ਹੈ। ਜਿਸ ਪ੍ਰਕਾਰ ਆਪਣੇ ਸਰੀਰ ਵਿੱਚ ਜੇਕਰ ਅੱਗ ਤੱਤ ਦੀ ਬਹੁਲਤਾ ਹੋਵੇ ਤਾਂ ਸੁਪਨੇ ਵਿੱਚ ਵੀ ਅੱਗ ਹੀ ਮੱਚਦੀ ਨਜ਼ਰ ਆਉਂਦੀ ਹੈ। ਜਦੋਂ ਆਕਾਸ਼ ਤੱਤ ਦੀ ਬਹੁਲਤਾ ਹੋਵੇ ਉਦੋਂ ਨੀਲਾ ਆਕਾਸ਼ ਹੀ ਭਾਵ ਸਭ ਖਾਲੀ ਹੀ ਪ੍ਰਤੀਤ ਹੋਣ ਰੂਪ ਸੁਪਨਾ ਆਉਂਦਾ ਹੈ। ਜਦੋਂ ਪੌਣ ਤੱਤ ਦੀ ਬਹੁਲਤਾ ਹੋਵੇ ਉਦੋਂ ਸੁਪਨੇ ਵਿੱਚ ਹਵਾ ਵਿੱਚ ਉਡਾਰੀਆਂ ਮਾਰਦਾ ਫਿਰਦਾ ਹੈ। ਜਦੋਂ ਧਰਤੀ ਤੱਤ ਦੀ ਬਹੁਲਤਾ ਹੋਵੇ ਉਦੋਂ ਆਪਣੇ ਆਪ ਨੂੰ ਧਰਤੀ ਵਿੱਚ ਦੱਬਿਆ ਹੋਇਆ ਸੁਪਨਾ ਵੇਖਦਾ ਹੈ। ਅਤੇ ਜਦੋਂ ਪਾਣੀ ਤੱਤ ਦੀ ਬਹੁਲਤਾ ਹੁੰਦੀ ਹੈ ਉਦੋਂ ਪਾਣੀ ਵਿੱਚ ਤਾਰੀਆਂ ਲਾਉਣ ਰੂਪ ਸੁਪਨਾ ਵੇਖਦਾ ਹੈ। ਇਸੇ ਤਰ੍ਹਾਂ ਜਿਸ ਚੀਜ਼ ਦੀ ਬਹੁਲਤਾ ਉਸ ਪੁਰਖ ਦੇ ਤਾਈਂ ਹੋਵੇ ਉਸੇ ਪ੍ਰਕਾਰ ਦਾ ਸੁਪਨਾ ਆਉਂਦਾ ਹੈ। ਜਿਸ ਪ੍ਰਕਾਰ ਦੇ ਤਾਈਂ ਪਰਮੇਸ਼ਰ ਨੇ ਆਪਣਾ ਰਾਜ ਭਾਵ ਗਿਆਨ ਬਖਸ਼ਿਆ ਹੈ ਉਸ ਪੁਰਖ ਨੂੰ ਇਹ ਸੰਸਾਰ ਸੁਪਨੇ ਦੀ ਨਿਆਈ ਪ੍ਰਤੀਤ ਹੁੰਦਾ ਹੈ। ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ, ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ। ਜਿਸ ਵਾਹਿਗੁਰੂ ਨੇ ਜੀਵਾਂ ਨੂੰ ਮਾਇਆ ਦਿੱਤੀ ਹੈ ਉਸੇ ਨੇ ਪਰਖਣ ਵਾਸਤੇ ਤ੍ਰਿਸ਼ਨਾ ਲਾਈ ਹੋਈ ਹੈ ਕਿ ਮੇਰੇ ਵਿੱਚ ਬਿਰਤੀ ਜੋੜਦੇ ਹਨ ਜਾਂ ਮਾਇਆ ਵਿੱਚ ਖਚਿਤ ਹੋ ਜਾਂਦੇ ਹਨ। ਜਿਸ ਪਰਮੇਸ਼ਰ ਨੇ ਆਪਣੇ ਭਗਤਾਂ ਨੂੰ ਭਗਤੀ ਰੂਪੀ ਮਾਇਆ ਦਿੱਤੀ ਹੈ ਉਹਨਾਂ ਭਗਤਾਂ ਨੂੰ ਆਪਣੇ ਨਾਲ ਮਿਲਣ ਦੀ ਤ੍ਰਿਸ਼ਨਾ ਮਿਲਣ ਦੀ ਤੇ ਲਾ ਦਿੱਤੀ ਹੈ। ਆਪ ਬਿਨਾਹੇ ਆਪ ਕਰੇ ਰਾਸ, ਆਪ ਬਿਨਾਹੇ ਆਪ ਕਰੇ ਰਾਸ ਕਿ ਆਪੇ ਹੀ ਵਾਹਿਗੁਰੂ ਸੰਸਾਰ ਨੂੰ ਬਿਨਾਹੇ ਨਾਸ ਕਰਨ ਵਾਲਾ ਹੈ ਤੇ ਆਪ ਹੀ ਸੰਸਾਰ ਨੂੰ ਰਾਸ ਹੁੰਦਾ ਸਜਾਉਣਾ ਕਰਦਾ ਹੈ। ਆਪ ਹੀ ਗੁਰਮੁਖ ਜਨਾਂ ਦੇ ਮਨ ਨੂੰ ਆਪ ਹੀ ਗੁਰਮੁਖ ਜਨਾਂ ਦੇ ਮਨ ਸਤ ਸੰਤੋਖ ਸਰਧਾ ਆਦਿਕ ਸ਼ੁਭ ਗੁਣਾ ਕਰਕੇ ਠੀਕ ਕਰ ਲੈਂਦਾ ਹੈ ਅਤੇ ਆਪ ਹੀ ਉਹਨਾਂ ਦੇ ਕਾਮ ਆਦਿਕ ਵਿਕਾਰਾਂ ਅਤੇ ਅਗਿਆਨ ਆਦਿਕ ਨੂੰ ਬਿਨਾਹੇ ਨਾਸ ਕਰ ਦਿੰਦਾ ਹੈ। ਨਾਨਕ ਪ੍ਰਭ ਆਗੈ ਅਰਦਾਸ, ਨਾਨਕ ਪ੍ਰਭ ਆਗੈ ਅਰਦਾਸ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ ਇਸ ਕਰਕੇ ਉਸ ਐਸੇ ਸਰਬ ਕਲਾ ਸਮਰੱਥ ਪ੍ਰਭੂ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਹੀ ਕਰਨੀ ਚਾਹੀਦੀ ਹੈ ਕਿ ਆਪੇ ਹੀ ਵਾਹਿਗੁਰੂ ਸੰਸਾਰ ਨੂੰ ਨਾਸ ਕਰਨ ਵਾਲਾ ਹੈ। ਆਪ ਹੀ ਸੰਸਾਰ ਨੂੰ ਸਜਾਉਣਾ ਕਰਦਾ ਹੈ। ਆਪ ਹੀ ਗੁਰਮੁਖ ਜਨਾਂ ਦੇ ਮਨ ਸਤ ਸੰਤੋਖ ਸਰਧਾ ਆਦਿਕ ਸ਼ੁਭ ਗੁਣਾ ਕਰਕੇ ਠੀਕ ਕਰ ਲੈਂਦਾ ਹੈ ਅਤੇ ਆਪ ਹੀ ਉਹਨਾਂ ਦੇ ਕਾਮ ਆਦਿਕ ਵਿਕਾਰਾਂ ਅਤੇ ਅਗਿਆਨ ਆਦਿਕ ਨੂੰ ਨਾਸ ਕਰ ਦਿੰਦਾ ਹੈ ਕਿ ਜੋ ਐਸਾ ਸਮਰੱਥ ਪਰਮੇਸ਼ਰ ਹੈ। ਮਹਾਰਾਜ ਜੀ ਕਹਿਣ ਲੱਗੇ ਹੈ ਭਾਈ ਇਸ ਕਰਕੇ ਉਸ ਐਸੇ ਸਰਬ ਕਲਾ ਸਮਰੱਥ ਪਰਮੇਸ਼ਰ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੀ ਬਣਦੀ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਸਮਝਾਉਣਾ ਕੀਤਾ ਹੈ। ਅਗਲੇ ਸ਼ਬਦ ਦੇ ਵਿੱਚ ਮਹਾਰਾਜ ਜੀ ਕਥਨ ਕਰਦੇ ਹਨ ਗੌੜੀ ਗੁਆਰੇਰੀ ਮਹੱਲਾ ਪੰਜਵਾ। ਬਹੁ ਰੰਗ ਮਾਇਆ ਬਹੁ ਵਿਦ ਪੇਖੀ, ਕਲਮ ਕਾਗਦ ਸਿਆਨਪ ਲੇਖੀ। ਮਿਹਰ ਮਲੂਕ ਹੋਏ ਦੇਖਿਆ ਖਾਨ, ਤਾਂ ਤੇ ਨਾਹੀ ਮਨ ਤ੍ਰਿਪਤਾਨ। ਸੋ ਸੁਖ ਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵੋ ਰਹਾਉ। ਅਸ ਪਾਵਨ ਹਸਤ ਅਸਵਾਰੀ, ਚੋਆ ਚੰਦਨ ਸੇਜ ਸੁੰਦਰ ਨਾਰੀ। ਨਟ ਨਾਟਕ ਆਖਾਰੇ ਗਾਇਆ, ਤਾਂ ਮੈਂ ਮਨ ਸੰਤੋਖ ਨ ਪਾਇਆ। ਤਖਤ ਸਭਾ ਮੰਡਲ ਦੋ ਲੀਚੇ, ਸਾਗਲ ਮੇਵੇ ਸੁੰਦਰ ਬਾਗੀਚੇ। ਅਖੇੜ ਬਿਰਤ ਰਾਜਨ ਕੀ ਲੀਲਾ,
ਮਾਨਨਾ ਸੁਹੇਲਾ ਪਰਪੰਚ ਹੀਲਾ, ਕਰ ਕਿਰਪਾ ਸੰਤਨ ਸਚ ਕਹਿਆ, ਸਰਬ ਸੂਖ ਇਹੋ ਆਨੰਦ ਲਹਿਆ, ਸਾਧ ਸੰਗ ਹਰ ਕੀਰਤਨ ਗਾਈਐ, ਕਹੋ ਨਾਨਕ ਬੜ ਭਾਗੀ ਪਾਈਐ, ਜਾਂ ਕੈ ਹਾਰ ਧਨ ਸੋਈ ਸੁਹੇਲਾ, ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ, ਰਹਾਉ ਦੂਜਾ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਬੜੇ ਹੀ ਵਿਸਤਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾ ਰਹੇ ਹਨ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਸਿੱਖਾਂ ਨੇ ਬੇਨਤੀ ਕੀਤੀ ਕਿ ਹੇ ਮਹਾਰਾਜ, ਐਸਾ ਸੁੱਖ ਦੱਸੋ ਜਿਸ ਨਾਲ ਸਾਡੀ ਤ੍ਰਿਸ਼ਨਾ ਨਿਵਰਤ ਹੋ ਜਾਏ, ਕਿ ਸਾਡੀ ਤ੍ਰਿਸ਼ਨਾ ਖਤਮ ਹੋ ਜਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਕਿ ਹੇ ਸਿੱਖੋ, ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਵੇਖੀਆਂ ਹਨ? ਤਾਂ ਸਿੱਖਾਂ ਵੱਲੋਂ ਬੇਨਤੀ ਨੂੰ ਆਪਣੀ ਪਾਵਨ ਬਾਣੀ ਦੁਆਰਾ ਕਥਨ ਕਰਦੇ ਹਨ। ਜਿਹੜੀਆਂ ਸਿੱਖਾਂ ਨੇ ਚੀਜ਼ਾਂ ਦੇਖੀਆਂ ਸਨ, ਉਹਨਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਵਰਣਨ ਕਰਦੇ ਹਨ ਕਿ ਬਹੁ ਰੰਗ ਮਾਇਆ ਬਹੁ ਵਿਦ ਪੇਖੀ। ਸਿੱਖ ਕਹਿਣ ਲੱਗੇ, ਮਹਾਰਾਜ ਜੀ ਇਹ ਮਾਇਆ ਬਹੁਤ ਰੰਗਾਂ ਵਾਲੀ ਹੈ, ਕਿਸੇ ਨੂੰ ਰਜੋ ਗੁਣ, ਕਿਸੇ ਨੂੰ ਤਮੋ ਗੁਣ, ਕਿਸੇ ਨੂੰ ਸਤੋਂ ਗੁਣ ਹੋ ਕੇ ਚਿੰਬੜੀ ਹੋਈ ਹੈ। ਇਸ ਕਰਕੇ ਬਹੁਤ ਵਿਧੀਆਂ ਪੂਰਵਕ ਮੋਹ ਦੀ ਵੇਖੀ ਗਈ ਹੈ। ਬਹੁ ਰੰਗ ਮਾਇਆ ਬਹੁ ਵਿਦ ਪੇਖੀ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਮਾਇਆ ਬਹੁ ਰੰਗ, ਕਿ ਇਹ ਮਾਇਆ ਬਹੁਤ ਰੰਗ ਰੰਗਾਂ ਵਾਲੀ ਹੈ। ਕਿਸੇ ਨੂੰ ਰਜੋਂ ਗੁਣ, ਕਿਸੇ ਨੂੰ ਤਮੋ ਗੁਣ ਤੇ ਕਿਸੇ ਨੂੰ ਸਤੋ ਗੁਣ ਹੋ ਕੇ ਚਿੰਬੜੀ ਹੋਈ ਹੈ। ਇਸ ਕਰਕੇ ਬਹੁਤ ਵਿਧੀਆਂ ਪੂਰਵਕ ਮੋਹ ਦੀ ਵੇਖੀ ਗਈ ਹੈ। ਕਲਮ ਕਾਗਦ ਸਿਆਣਪ ਲੇਖੀ, ਕਿਸੇ ਨੂੰ ਕਲਮ ਰੂਪ ਹੋ ਕੇ ਚੁੰਬੜੀ ਹੋਈ ਹੈ। ਭਾਵ ਮੂੰਹੋਂ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਨ, ਜਦੋਂ ਕਲਮ ਵਾਹੁੰਦੇ ਹਨ, ਕਲਮ ਨਾਲ ਲਿਖਦੇ ਹਨ, ਉਸ ਵੇਲੇ ਕਿਸੇ ਦੀ ਲਿਹਾਜ਼ ਮਸੂਲ ਨਹੀਂ ਕਰਦੇ। ਕਲਮ ਦੇ ਰਾਹੀਂ ਅਗਲੇ ਦਾ ਗਲ ਵੱਢ ਕੇ ਰੱਖ ਦਿੰਦੇ ਹਨ। ਕਿਸੇ ਨੂੰ ਕਾਗਦ ਪਰਵਾਨਾ ਰੂਪ ਹੋ ਕੇ ਚੁੰਬੜੀ ਹੋਈ ਹੈ। ਭਾਵ ਪਰਵਾਨਾ ਦੇ ਕੇ ਕਿਸੇ ਨੂੰ ਨੋਟਿਸ ਟੈਕਸ ਵਗੈਰਾ ਲਗਾਉਂਦੇ ਹਨ। ਕਈਆਂ ਨੂੰ ਸਿਆਣਪ, ਕਿ ਸਿਆਣਪਾ ਰੂਪ ਹੋ ਕੇ ਚੁੰਬੜੀ ਹੋਈ ਹੈ। ਜਿਵੇਂ ਸਾਇੰਸਦਾਨ ਆਦਿਕ ਆਪਣੀ ਸਿਆਣਪ ਨਾਲ ਪਰਮਾਣੂ ਬੰਬ ਆਦਿਕ ਤਿਆਰ ਕਰਦੇ ਹਨ ਕਿ ਵੀ ਬੜੀ ਸਿਆਣਪ ਹੈ, ਪਰਮਾਣੂ ਬੰਬ ਤਿਆਰ ਕਰ ਦਿੱਤਾ, ਪਰ ਖਤਮ ਕਿੰਨੇ ਜੀਵਾਂ ਨੂੰ ਕਰੂਗਾ ਇਹ ਨਹੀਂ ਦੇਖਦੇ। ਕਿ ਕਈਆਂ ਨੂੰ ਲੇਖੀ ਲਿਖਾਰੀ ਰੂਪ ਬਣ ਕੇ ਚਿੰਬੜੀ ਹੋਈ ਹੈ। ਭਾਵ ਕਹਿੰਦੇ ਹਨ ਕਿ ਮੈਂ ਹੀ ਸਭ ਤੋਂ ਸੋਹਣੀ ਕਵਿਤਾ ਲਿਖਦਾ ਹਾਂ। ਬਹੁਤ ਸਾਰੇ ਕਾਗਜ਼ ਅਤੇ ਕਲਮਾਂ ਨੂੰ ਲੈ ਕੇ ਸਿਆਣਪਾਂ ਲਿਖਣ ਲੱਗੇ ਹੋਏ ਹਨ ਕਿ ਅਸੀਂ ਅੰਦਾਜ਼ਾ ਲਾ ਕੇ ਗਿਣਤੀ ਗਿਣ ਕੇ ਦੱਸ ਦਿੰਦੇ ਹਾਂ। ਇਉਂ ਕਿਸੇ ਦੇ ਤਾਈਂ ਲਿਖਾਰੀ ਪੁਣੇ ਵਿੱਚ ਮਾਇਆ ਚਿੰਬੜੀ ਹੋਈ ਹੈ। ਕਰਮਾ ਰੂਪੀ ਕਲਮ ਦੁਆਰਾ ਚਿੱਤਰ ਗੁਪਤ ਰੂਪੀ ਲਿਖਾਰੀ ਜੀਵ ਦੀ ਸਿਆਣਪ ਦੁਆਰਾ ਉਸ ਦੇ ਅੰਤਹਿਕਰਨ, ਉਸ ਦੇ ਹਿਰਦੇ ਰੂਪੀ ਕਾਗਜ਼ 'ਤੇ ਚੰਗਾ ਮਾੜਾ ਲੇਖਾ ਲਿਖਦੇ ਹਨ। ਕਈਆਂ ਨੇ ਬਾਸ਼ਨਾ ਰੂਪੀ ਕਲਮ ਪਕੜੀ ਹੋਈ ਹੈ, ਕਈਆਂ ਦਾ ਮੱਥਾ ਰੂਪੀ ਕਾਗਜ਼ ਬਣਿਆ ਹੋਇਆ ਹੈ, ਕਈਆਂ ਦੀ ਬੁੱਧੀ ਦੀ ਸਿਆਣਪ ਲਿਖਾਰਨ ਬਣੀ ਹੋਈ ਹੈ। ਇਹ ਸਭ ਮਾਇਆ ਹੀ ਚਿੰਬੜੀ ਹੋਈ ਹੈ। ਮਿਹਰ ਮਲੂਕ ਹੋਏ ਦੇਖਿਆ ਖਾਨ। ਕਈ ਵਾਰ ਮਿਹਰ ਗੁੱਜਰਾਂ ਦੇ ਨੰਬਰਦਾਰ, ਮਲੂਕ ਹੁੰਦਾ ਬਲੋਚਾਂ ਦੇ ਸਰਦਾਰ, ਅਤੇ ਖਾਨ ਪਠਾਣਾ ਦੇ ਵਿੱਚੋਂ ਸਰਦਾਰ ਹੋ ਕੇ ਵੀ ਵੇਖਿਆ ਹੈ। ਪਠਾਣਾ ਵਿੱਚੋਂ ਸਰਦਾਰ ਆਪਣੇ ਆਪ ਨੂੰ ਖਾਨ ਅਖਵਾਉਂਦੇ ਹਨ। ਸਾਰਿਆਂ ਦੇ ਦਿਲਾਂ 'ਤੇ ਮਿਹਰ ਮਹਿਰੂ ਭਾਵ ਜਾਣੂ ਹੋ ਕਰਕੇ, ਮਲੂਕ ਹੁੰਦਾ ਪਾਤਸ਼ਾਹੀ ਲਿਬਾਸ ਪਹਿਨ ਕੇ
ਬਹਾਦਰ ਪਠਾਨ ਬਣ ਕੇ ਵੇਖਿਆ ਹੈ। ਤਾਂ ਤੇ ਨਾਹੀ ਮਨ ਤ੍ਰਿਪਤਾਨ, ਤਾਂ ਤੇ ਤਿਸ ਪਦਾਰਥਾਂ ਕਰਕੇ ਮਨ ਤ੍ਰਿਪਤੀ ਵਿੱਚ ਨਹੀਂ ਆਉਂਦਾ। ਭਾਵ ਮਨ ਰਜਦਾ ਨਹੀਂ ਹੈ, ਸੰਤੁਸ਼ਟ ਨਹੀਂ ਹੁੰਦਾ। ਸੋ ਸੁਖ ਮੋਕੋ ਸੰਤ ਬਤਾਵੋ। ਸਿੱਖ ਕਹਿਣ ਲੱਗੇ, ਹੇ ਸੰਤ ਮਹਾਤਮਾ ਜਨੋ, ਉਹ ਸੁਖ ਮੋਕੋ ਮੈਨੂੰ ਬਤਾਵੋ, ਦੱਸਣਾ ਕਰੋ। ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵ ਰਹਾਓ, ਜਿਸ ਨਾਲ ਹਿਰਦੇ ਵਿੱਚੋਂ ਭੋਗਾਂ ਦੀ, ਰਸਾਂ ਦੀ, ਦੁਨੀਆ ਦੀ ਤੇ ਪਦਾਰਥਾਂ ਦੀ, ਸਵਰਗ ਲੋਕ ਆਦਿਕ ਦੀ ਤ੍ਰਿਸ਼ਨਾ, ਆਸਾ, ਇੱਛਾ ਹੈ, ਉਹ ਬੁੱਝ ਜਾਵੇ ਤਾਂ ਸਾਡਾ ਮਨ ਤ੍ਰਿਪਤਾਵੋ, ਤ੍ਰਿਪਤੀ ਵਿੱਚ ਆ ਜਾਵੇ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਸਮਝਾ ਰਹੇ ਹਨ। ਆਸ ਪਾਵਨ ਹਸਤ ਅਸਵਾਰੀ। ਸਿੱਖ ਕਹਿਣ ਲੱਗੇ, ਹੇ ਮਹਾਰਾਜ, ਆਸ ਹੁੰਦਾ ਹੈ ਘੋੜੇ, ਜੋ ਪਾਵਨ ਹੁੰਦਾ ਹੈ ਹਵਾ, ਕਿ ਘੋੜੇ ਜੋ ਹਵਾ ਤੋਂ ਵੀ ਤੇਜ਼ ਦੌੜਦੇ ਹਨ, ਅਤੇ ਹਸਤ ਅਸਵਾਰੀ, ਹਸਤ ਹਾਥੀਆਂ ਦੀਆਂ ਅਸਵਾਰੀਆਂ ਕਰਕੇ ਵੀ ਵੇਖੀਆਂ ਹਨ। ਚੋਆ ਚੰਦਨ ਸੇਜ ਸੁੰਦਰ ਨਾਰੀ। ਚੋਆ ਆਗਰ ਕਿ ਆਗਰ ਦੀ ਲੱਕੜ ਤੋਂ ਟਪਕਾਇਆ ਹੋਇਆ ਤੇਲ, ਜੋ ਆਗਰ ਦੀ ਲੱਕੜ ਹੈ ਉਸ ਦੇ ਵਿੱਚੋਂ ਕੱਢਿਆ ਹੋਇਆ ਤੇਲ, ਅਤੇ ਚੰਦਨ ਆਦਿਕ ਦੀ ਸੁਗੰਧੀ ਸਰੀਰ ਉੱਤੇ, ਕੱਪੜਿਆਂ ਉੱਤੇ ਲਾਉਣੀ, ਦੁੱਧ ਦੀ ਝੱਗ ਵਰਗੀਆਂ ਕੋਮਲ ਸੇਜਾਂ ਸੌਣ ਦਾ ਪਲੰਘ ਬਣਾ ਕੇ, ਅਤੇ ਬਹੁਤ ਹੀ ਸੁੰਦਰ ਸੋਹਣੀਆਂ ਨਾਰੀਆਂ ਇਸਤਰੀਆਂ ਵੀ ਕਿਸੇ ਰਸ ਭੋਗਣ ਲਈ ਪ੍ਰਾਪਤ ਕਰ ਲਈਆਂ। ਪਰ ਨਟ ਨਾਟਕ ਅਖਾੜੇ ਗਾਇਆ। ਸੋਹਣੇ ਨਟਾਂ ਦੇ ਨਾਟਕ ਤਮਾਸ਼ੇ, ਅਖਾੜੇ ਵਿੱਚ ਪਹਿਲਵਾਨ ਦੀਆਂ ਕੁਸ਼ਤੀਆਂ ਅਤੇ ਗਾਇਕਾਂ ਭਾਵ ਵੇਸ਼ਵਾ ਆਦਿਕ ਦੇ ਨਾਚ ਵੀ ਵੇਖੇ ਹਨ। ਨਟ ਨਾਟਕ ਕਿ ਨਾਟਕ ਨਾੜੀਆਂ ਦੇ ਤਾਈਂ ਵੇਖਣ ਵਾਲੇ, ਨਾਟ ਹਕੀਮਾਂ ਦੇ ਨਾਲ ਮਿਲ ਕੇ ਤਜਰਬੇ ਵੀ ਕੀਤੇ, ਅਤੇ ਵੇਸਵਾ ਦੇ ਅਖਾੜੇ ਵੀ ਦੇਖੇ ਜਿੱਥੇ ਉਹ ਗਾਉਂਦੀਆਂ ਹਨ। ਤਾਂ ਮੈਂ ਮਨ ਸੰਤੋਖ ਨਾ ਪਾਇਆ। ਤਦ ਵੀ ਉਪਰੋਕਤ ਸਭ ਚੀਜ਼ਾਂ ਵਿੱਚੋਂ ਜੀਵਾਂ ਦੇ ਮਨ ਨੇ ਸੰਤੋਖ ਸਬਰ ਨਹੀਂ ਪਾਇਆ, ਸਬਰ ਨਹੀਂ ਪ੍ਰਾਪਤ ਕੀਤਾ। ਭਾਵ ਮਨ ਤ੍ਰਿਪਤ ਨਹੀਂ ਹੋਇਆ, ਮਨ ਰੱਜਿਆ ਨਹੀਂ। ਤਾਖਤ ਸਭਾ ਮੰਡਲ ਦੋ ਲੀਚੇ। ਤਾਖਤ ਸਭਾ ਮੰਡਲ ਦੋ ਲੀਚੇ। ਤਾਖਤ ਰਾਜ ਸਿੰਘਾਸਣ ਤੇ ਬੈਠ ਕੇ। ਸਭਾ ਹੁੰਦਾ ਕਚਹਿਰੀਆਂ, ਮੰਡਲ ਸਜਾ ਲਈਆਂ, ਸਜਾਉਣੀਆਂ ਕੀਤੀਆਂ, ਅਤੇ ਹੇਠਾਂ ਫਰਸ਼ ਉੱਪਰ ਦਲੀਚੇ ਵਿਛਾਉਣੇ ਕੀਤੇ। ਸਮੂਹ ਰਾਜਿਆਂ ਨੂੰ ਇਕੱਠੇ ਕਰ ਲਿਆ, ਅਤੇ ਆਪ ਦਾ ਮੁੱਠੀ ਚਾਪੀ ਕਰਾਉਣੀ ਕੀਤੀ। ਸਿੰਘਾਸਣ ਉੱਪਰ ਬੈਠ ਕੇ, ਸਭਾ ਲਾ ਕੇ, ਗਹਿਣੇ ਆਦਿਕ ਪਹਿਨ ਕੇ, ਅਤੇ ਹੇਠਾਂ ਦਲੀਚੇ ਆਦਿ ਵੀ ਵਿਛਾ ਲਏ। ਸਾਗਲ ਮੇਵੇ ਸੁੰਦਰ ਬਗੀਚੇ। ਸਾਗਲ ਸਾਰਿਆਂ ਰੁੱਖਾਂ ਦੇ ਮੇਵੇ ਇਕੱਠੇ ਕਰ ਲਏ। ਸੋਹਣੇ ਬਗੀਚੇ, ਛੋਟੇ ਬਾਗ ਵੀ ਲਾ ਲਏ। ਆਖੇੜ ਬਿਰਤ ਰਾਜਨ ਕੀ ਲੀਲਾ। ਆਖੇੜ ਬਿਰਤ ਰਾਜਨ ਕੀ ਲੀਲਾ। ਬਹੁਤ ਲੋਕਾਂ ਨੂੰ ਆਖੇੜ, ਸ਼ਿਕਾਰ ਖੇਡਣ ਵਾਲੀ ਬਿਰਤੀ ਧਾਰਨ ਕਰਕੇ ਅਨੇਕਾਂ ਜੀਵ ਘਾਤ ਵੀ ਕੀਤੇ। ਰਾਜਨ ਰਾਜਿਆਂ ਦੀ ਤਰ੍ਹਾਂ ਚੋਜ ਕਰਕੇ ਵੀ ਦੇਖੇ ਹਨ। ਮਾਨ ਨਾ ਸੁਹੇਲਾ ਪ੍ਰਪੰਚ ਹੀਲਾ। ਕਹਿਣ ਲੱਗੇ, ਹੇ ਮਹਾਰਾਜ, ਇਹਨਾਂ ਚੀਜ਼ਾਂ ਕਰਕੇ ਵੀ ਮਨ ਸੁਹੇਲਾ ਸੁਖੀ ਨਹੀਂ ਹੋਇਆ। ਇਹ ਸਭ ਤਾਂ ਪਰਪੰਚ ਛਾਲ ਕਰਨ ਦੇ ਬਹਾਨੇ ਹੀ ਹਨ। ਇਹ ਪਰਪੰਚ ਸੰਸਾਰ ਦੁੱਖ ਰੂਪ ਹੀ ਹੈ। ਇਸ ਪਰਪੰਚ, ਇਸ ਸੰਸਾਰ ਵਿੱਚ ਉਦਮ ਕਰਕੇ ਮਨ ਸੁਖੀ ਨਹੀਂ ਹੋਇਆ। ਮਨ ਦੁਖੀ ਹੀ ਰਹਿੰਦਾ ਹੈ, ਕਿ ਮਨ ਹਿੱਲਿਆ ਹੀ ਰਹਿੰਦਾ ਹੈ। ਕਰ ਕਿਰਪਾ ਸੰਤਨ ਸੱਚ ਕਹਿਆ, ਸਰਬ ਸੁਖ ਇਹੋ ਆਨੰਦ ਲਹਿਆ। ਮਹਾਰਾਜ ਜੀ ਕਹਿਣ ਲੱਗੇ, ਮਹਾਂਪੁਰਖਾਂ ਗੁਰੂ ਸਾਹਿਬ ਜੀ ਨੇ
ਦਇਆ ਕਰਕੇ ਇਹ ਸੱਚਾ ਉਪਦੇਸ਼ ਦੱਸਿਆ ਹੈ ਕਿ ਸਰਬ ਸੁਖ ਇਹੋ ਆਨੰਦ ਲਹਿਆ। ਆਨੰਦ ਆਨੰਦ ਸਰੂਪ ਪਰਮੇਸ਼ਰ ਨੂੰ ਪ੍ਰਾਪਤ ਕਰਨ ਕਰਕੇ ਸਵਰਗ ਬ੍ਰਹਮ ਲੋਕ ਜੀਵਨ ਮੁਕਤ ਰੂਪ ਆਦਿ ਦਾ ਇਹ ਸਾਰਾ ਸੁੱਖ ਪ੍ਰਾਪਤ ਹੋ ਜਾਂਦਾ ਹੈ। ਸਾਰੇ ਸੁੱਖ ਸ਼ਰਾਵਣ ਕਰਕੇ, ਮੰਨਣ ਕਰਕੇ, ਨਿਧਿਆਸਨ ਕਰਕੇ ਸਖਿਆਤ ਹੋਣ ਰੂਪ ਇਹ ਆਨੰਦ ਪ੍ਰਾਪਤ ਕੀਤਾ ਹੈ। ਕਰ ਕਿਰਪਾ ਸੰਤਨ ਸੱਚ ਕਹਿਆ, ਸਰਬ ਸੁਖ ਇਹੋ ਆਨੰਦ ਲਹਿਆ। ਕਿ ਮਹਾਂਪੁਰਖਾਂ ਗੁਰੂ ਸਾਹਿਬ ਜੀ ਨੇ ਦਇਆ ਦ੍ਰਿਸ਼ਟੀ ਕਰਕੇ ਇਹ ਸੱਚਾ ਉਪਦੇਸ਼ ਦੱਸਿਆ ਹੈ ਕਿ ਸਰਬ ਸੁਖ ਇਹੋ ਆਨੰਦ ਲਹਿਆ। ਕਿ ਆਨੰਦ ਸਰੂਪ ਪਰਮੇਸ਼ਰ ਨੂੰ ਪ੍ਰਾਪਤ ਕਰਨ ਕਰਕੇ ਕਿ ਸਵਰਗ ਲੋਕ ਬ੍ਰਹਮ ਲੋਕ ਜੀਵਨ ਲੋਕ ਮੁਕਤ ਰੂਪ ਆਦਿਕ ਇਹ ਸਾਰਾ ਸੁੱਖ ਪ੍ਰਾਪਤ ਹੋ ਜਾਂਦਾ ਹੈ। ਸਾਰੇ ਸੁੱਖ ਸ਼ਰਾਵਣ ਕਰਨ ਕਰਕੇ, ਮੰਨਣ ਕਰਨ ਕਰਕੇ, ਨਿਧਾਸਨ ਕਰਕੇ ਸਖਿਆਤ ਹੋਣ ਰੂਪ ਇਹ ਆਨੰਦ ਪ੍ਰਾਪਤ ਕੀਤਾ ਹੈ। ਸਾਧ ਸੰਗ ਹਰ ਕੀਰਤਨ ਗਾਈਐ, ਕਹੋ ਨਾਨਕ ਵਡਭਾਗੀ ਪਾਈਐ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਸਾਧ ਸੰਗ ਸ੍ਰੇਸ਼ਟ ਜਨਾਂ ਦੇ ਨਾਲ ਮਿਲ ਕੇ ਪਰਮੇਸ਼ਰ ਦਾ ਕੀਰਤਨ, ਪਰਮੇਸ਼ਰ ਦਾ ਜਸ ਗਾਉਣਾ ਕਰੀਏ। ਕਹੋ ਨਾਨਕ ਵਡਭਾਗੀ ਪਾਈਐ। ਕਿ ਸਤਿਗੁਰੂ ਸਾਹਿਬ ਜੀ ਕਹੋ ਕਹਿੰਦੇ ਹਨ ਕਿ ਵਡਭਾਗੀ ਵੱਡਿਆਂ ਭਾਗਾਂ ਕਰਕੇ ਇਹ ਦਾਤ ਪਾਈਦੀ ਹੈ, ਪ੍ਰਾਪਤ ਹੁੰਦੀ ਹੈ। ਇਸ ਪ੍ਰਕਾਰ ਮਨ ਸੁਖੀ ਹੁੰਦਾ ਹੈ। ਜਾਂ ਕੈ ਹਾਰ ਧਨ ਸੋਈ ਸੁਹੇਲਾ। ਜਾਂ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ, ਸੋਈ ਸੁਹੇਲਾ ਉਹ ਪੁਰਖ ਹੀ ਸੁਹੇਲਾ ਸੁਖੀ ਹੈ। ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ। ਹੇ ਭਾਈ, ਪਰਮੇਸ਼ਰ ਦੀ ਕਿਰਪਾ, ਪਰਮੇਸ਼ਰ ਦੀ ਕਿਰਪਾ ਤੇ ਹੀ ਸਾਧ ਸੰਗਤ ਸ੍ਰੇਸ਼ਟ ਜਨਾਂ ਦੇ ਨਾਲ ਮਿਲਾਪ ਹੁੰਦਾ ਹੈ। ਜਾਂ ਕਹਿ ਹਰ ਧਨ ਸੋਈ ਸੁਹੇਲਾ। ਜਾਂ ਕਹਿ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ, ਸੋਈ ਸੁਹੇਲਾ ਉਹ ਪੁਰਖ ਹੀ ਸੁਹੇਲਾ ਸੁਖੀ ਹੈ। ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ। ਹੇ ਭਾਈ, ਪਰਮੇਸ਼ਰ ਦੀ ਕਿਰਪਾ ਤੋਂ ਹੀ ਸਾਧ ਸੰਗਤ ਸ੍ਰੇਸ਼ਟ ਜਨਾਂ ਦੇ ਨਾਲ ਮਿਲਾਪ ਹੁੰਦਾ ਹੈ। ਰਹਾਉ ਦੂਜਾ। ਕਿ ਮਹਾਰਾਜ ਜੀ ਨੇ ਇਹ ਰਾਗੀਆਂ ਲਈ ਸੰਬੋਧਨ ਸ਼ਬਦ ਹੈ ਕਿ ਭਾਵੇਂ ਪਹਿਲੀ ਰਹਾਉ ਨੂੰ ਅਸਥਾਈ ਬਣਾਵੋ, ਭਾਵੇਂ ਦੂਜੀ ਰਹਾਉ ਨੂੰ ਪੰਗਤੀ ਨੂੰ ਅਸਥਾਈ ਬਣਾਓ। ਰਾਗੀਆਂ ਵਾਸਤੇ ਇਹ ਰਹਾਉ ਦੂਜਾ ਹੈ। ਇੱਥੇ ਹੀ ਸਮਾਪਤੀ ਸਮਾਂ ਹੋ ਚੁੱਕਿਆ ਹੈ। ਕਿ ਮਹਾਰਾਜ ਕਿਰਪਾ ਕਰਨ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ, ਗੁਰਸਿੱਖੀ ਦੀਆਂ ਨਾਮ ਦੀਆਂ ਦਾਤਾਂ ਬਖਸ਼ਣ ਮਹਾਰਾਜ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ।